परम सन्मान जो गुरु सवारियो वाहिगुरु जी का खालसा वाहिगुरु जी की फतेह। ਸਿੱਖ ਮਿਸ਼ਨ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਸ਼ੁੱਕਰਵਾਰ ਭਗਤ ਬਾਣੀ ਵਿੱਚੋਂ 94 ਸ਼ਬਦਾਂ ਦੀ ਵਿਚਾਰ ਅਸੀਂ ਕਰਦੇ ਹਾਂ। ਪਿਛਲੇ ਹਫ਼ਤੇ ਸੂਹੀ ਰਾਗ ਦੇ ਸ਼ਬਦਾਂ ਦੀ ਵਿਚਾਰ ਅਸੀਂ ਸਮਾਪਤੀ ਕਰ ਚੁੱਕੇ ਹਾਂ। ਅੱਜ ਅਸੀਂ ਬਿਲਾਵਲ ਰਾਗ ਵਿੱਚ ਭਗਤ ਬਾਣੀ ਦੇ ਸ਼ਬਦ ਹਨ, ਉਹਨਾਂ ਦੀ ਵਿਚਾਰ ਕਰਨੀ ਹੈ। ਪਹਿਲਾ ਸ਼ਬਦ ਜੋ ਬਿਲਾਵਲ ਰਾਗ ਵਿੱਚ ਭਗਤ ਕਬੀਰ ਜੀ ਦਾ ਹੈ ਉਹ ਹੈ ਐਸੋ ਇਹ ਸੰਸਾਰ ਭਿਖ ਨਾ ਰਹਿ ਨਾ ਕੋ ਪਈ ਹੈ ਰੇ। ਇਹ ਸ਼ਬਦ ਕਿਉਂਕਿ ਬਹੁਤ ਆਸਾਨ ਹੈ, ਸੌਖਾ ਹੈ ਤੇ ਸ਼ਬਦ ਵੀ ਅਰਥ ਵੀ ਸੌਖੇ ਹਨ, ਇਸ ਵਾਸਤੇ ਅਸੀਂ ਇਹ ਸ਼ਬਦ ਨਹੀਂ ਲਿਆ। ਇਸ ਤੋਂ ਅਗਲਾ ਸ਼ਬਦ ਹੈ ਵਿਦਿਆ ਨਾ ਪਰੂੰ ਬਾਤ ਨਹੀਂ ਜਾਣੂ ਹਰ ਗੁਣ ਕਥਤ ਸੁਨਤ ਬਹੁਰਾਨੋ। ਅੱਜ ਇਸ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਸ਼ਬਦ ਦੀ ਵਿਚਾਰ ਕਰ ਰਹੇ ਹਨ ਵੀਰ ਵਰਿੰਦਰਪਾਲ ਸਿੰਘ ਜੀ। ਬੇਨਤੀ ਕਰਦਾ ਵੀਰ ਜੀ ਕਿਰਪਾ ਕਰੋ, ਅੱਜ ਦੇ ਸ਼ਬਦ ਦੀ ਵਿਚਾਰ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਤਸੰਗੀਆਂ ਨੂੰ ਜੋ ਅੱਜ ਇਸ ਗੁਰਮਤਿ ਕਲਾਸ ਵਿੱਚ ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਚ ਹਾਜ਼ਰ ਤੇ ਸਾਰੇ ਪੈਨਲ ਮੈਂਬਰਾਂ ਨੂੰ ਅੱਜ ਦਾਸ ਦੀ ਜਿਹੜੀ ਜ਼ਿੰਮੇਵਾਰੀ ਲੱਗੀ ਹੈ ਬਿਲਾਵਲ ਰਾਗ ਵਿੱਚ ਕਬੀਰ ਜੀ ਦੇ ਸ਼ਬਦ ਦੀ ਉੱਪਰ ਵਿਚਾਰ ਕਰਨੀ। ਇਸ ਸ਼ਬਦ ਵਿੱਚ ਗਹਿਰਾਈ ਬੜੀ ਹੈ। ਹਾਲਾਂਕਿ ਸ਼ਬਦ ਨੂੰ ਜੇ ਪੜ੍ਹੀਏ ਤੇ ਲੱਗਦਾ ਸੌਖਾ ਹੈ, ਲੇਕਿਨ ਇਸ ਦੇ ਵਿੱਚ ਜੋ ਮੈਸੇਜ ਹੈ ਔਰ ਜੋ ਇਸ ਦੀ ਗਹਿਰਾਈ ਹੈ ਉਹ ਕਾਫੀ ਡੂੰਘੀ ਹੈ। ਸੋ ਪਹਿਲਾਂ ਸ਼ਬਦ ਨੂੰ ਆਪਾਂ ਸਾਰੇ ਆਪਣੇ ਮਨਾਂ ਵਿੱਚ ਵਸਾ ਲਈਏ। ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੁਨਤ ਬਹੁਰਾਨੋ। ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ। ਮੈਂ ਬੌਰਾ ਮੈਂ ਬਿਗੜਿਓ ਬਿਗੜੈ ਮਤ ਔਰਾ ਰਹਾਓ। ਆਪ ਨ ਬੌਰਾ ਰਾਮ ਕੀਓ ਬੌਰਾ ਸਤਿਗੁਰੂ ਜਾਰ ਗਇਓ ਪ੍ਰਮ ਮੋਰਾ। ਮੈਂ ਬਿਗੜੇ ਆਪਣੀ ਹਿੰਮਤ ਖੋਈ ਮੇਰੇ ਭਰਮ ਭੂਲੋ ਮਤ ਕੋਈ। ਸੋ ਬੌਰਾ ਜੋ ਆਪ ਨ ਪਛਾਨੈ ਆਪ ਪਛਾਨੈ ਤੇ ਏਕੈ ਜਾਨੈ। ਅਬ ਹੈ ਨ ਮਾਤਾ ਸੋ ਕਬਹੁ ਨ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ। ਆਪ ਜੀ ਨੇ ਸ਼ਬਦ ਸ਼ਰਵਣ ਕੀਤਾ ਹੈ। ਇਸ ਦੀ ਬੋਲੀ ਸਾਰੀ ਜਿਹੜੀ ਹੈ ਬ੍ਰਿਜ ਭਾਸ਼ਾ ਵਿੱਚ ਹੈ ਔਰ ਬ੍ਰਿਜ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਨੇ ਆਮ ਬੰਦੇ ਦੇ ਪਕੜ ਵਿੱਚ ਨਹੀਂ ਆਉਂਦੇ। ਇਸ ਕਰਕੇ ਕਈ ਵਾਰੀ ਕਬੀਰ ਜੀ ਦੇ ਸ਼ਬਦਾਂ ਨੂੰ ਪੜ੍ਹ ਕੇ ਲੋਕ ਭਟਕ ਵੀ ਜਾਂਦੇ ਨੇ, ਲੇਕਿਨ ਜਿਹੜੇ ਗੁਰਮਤਿ ਦੇ ਜਾਣਕਾਰ ਨੇ, ਗੁਰਮਤਿ ਦੀ ਸ਼ੈਲੀ ਨੂੰ ਜਾਣਦੇ ਹਨ, ਗੁਰਮਤਿ ਨੂੰ ਜੀਵਨ ਵਿੱਚ ਢਾਲਣ ਦੇ ਢੰਗ ਸਮਝਦੇ ਹਨ ਤੇ ਜਿਨ੍ਹਾਂ ਨੇ ਸਮਝਾਉਣਾ ਹੈ ਉਹਨਾਂ ਨੂੰ ਪਤਾ ਹੈ ਕਿ ਇਸ ਸ਼ਬਦ ਦੀ ਮਹਾਨਤਾ
ਕਿਤਨੀ ਖੂਬਸੂਰਤ ਹੈ, ਜੋ ਆਮ ਬੰਦੇ ਨੂੰ ਜੇ ਹਿਰਦੇ ਵਿੱਚ ਪਹੁੰਚਾ ਦਿੱਤੀ ਜਾਏ ਔਰ ਸਮਝਾ ਦਿੱਤੀ ਜਾਏ, ਤਾਂ ਆਪਣੇ ਆਪ ਨੂੰ ਯੂਨੀਵਰਸਲ ਤੌਰ ਤੇ, ਦੁਨਿਆਵੀ ਤੌਰ ਤੇ ਇੱਕ ਬ੍ਰਹਮ ਦੀ ਪੂਰਨ ਸ਼ਕਤੀ ਦੇ, ਪੂਰਨ ਤਾਕਤਾਂ ਦੀਆਂ ਤੇ ਉਸ ਤੇ ਕੀਤੇ ਹੋਏ ਸਾਰੀ ਰਚਨਾ ਦੇ ਬਾਰੇ ਸਮਝ ਆ ਜਾਂਦੀ ਹੈ। ਰਾਹਵ ਦਾ ਸੈਂਟਰਲ ਆਈਡੀਆ ਜਿਹੜਾ ਕੇਂਦਰੀ ਭਾਵ ਹੈ, ਪਹਿਲੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੇਰੇ ਬਾਬਾ ਮੈਂ ਬੌਰਾ ਅਕਾਲ ਪੁਰਖ ਨੂੰ ਕਹਿ ਰਹੇ ਨੇ, ਸੰਬੋਧਨ ਹੋ ਕੇ ਸਤਿਗੁਰੂ ਜੀ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਰਾਹੀਂ, हे ਮੇਰੇ ਪ੍ਰਮਾਤਮਾ, ਦੁਨੀਆ ਲਈ ਮੈਂ ਬੌਰਾ ਹਾਂ, ਸਭ ਖਲਕ ਸਿਆਣੀ ਮੈਂ ਬੌਰਾ। ਸਾਰੀ ਦੁਨੀਆ ਸਿਆਣੀ ਹੈ। ਉਹਦਾ ਕਾਰਨ ਹੈ ਕਿ ਦੁਨੀਆ ਨੇ ਜੋ ਧਰਮ ਸਮਝਿਆ ਹੈ ਔਰ ਜੋ ਰੱਬ ਦੀ ਪਰਿਭਾਸ਼ਾ ਘੜੀ ਹੈ, ਉਹ ਪਰਿਭਾਸ਼ਾ ਮੇਰੀ ਨਹੀਂ ਹੈ। ਮੇਰੀ ਪਰਿਭਾਸ਼ਾ ਤੇ ਰੱਬ ਦੀ ਦੁਨੀਆ ਦੇ ਵਿੱਚ ਧਾਰਮਿਕ ਗ੍ਰੰਥ ਤੇ ਧਰਮੀ ਲੋਕਾਂ ਦੀ ਪਰਿਭਾਸ਼ਾ ਵਿੱਚ ਬਹੁਤ ਵੱਡਾ ਅੰਤਰ ਹੈ। ਇੰਨਾ ਫਰਕ ਹੈ ਜਿਸ ਤਰ੍ਹਾਂ ਇੱਕ ਅਸਮਾਨ ਦੇ ਤੇ ਧਰਤੀ ਦੇ ਵਿੱਚ ਦਾ ਫਰਕ ਹੈ। ਧਰਤੀ ਦਾ ਤੇ ਐਂਡ ਹੋ ਸਕਦਾ ਹੈ, ਲੇਕਿਨ ਆਕਾਸ਼ ਦਾ, ਅਸਮਾਨ ਦਾ ਅੰਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਿਸ ਰੱਬ ਦੀ ਦੇ ਬਾਰੇ ਮੈਨੂੰ ਆਪ ਜੀ ਨੇ ਗਿਆਨ ਅਕਾਲ ਪੁਰਖ ਜੀ ਬਖਸ਼ਿਆ ਹੈ, ਲੋਕਾਂ ਵਾਸਤੇ ਮੈਂ ਬੌਰਾ ਹੀ ਉਹਨਾਂ ਨੂੰ ਨਜ਼ਰ ਆਉਂਦਾ। ਗੁਰਬਾਣੀ 'ਚ ਬੌਰਾ ਦੋ ਕਿਸਮ ਦੇ ਤਰੀਕੇ ਨਾਲ ਵਰਤਿਆ ਗਿਆ। ਇੱਕ ਤੇ ਰੱਬ ਨੂੰ ਮੰਨਣ ਵਾਲੇ, ਤੇ ਇੱਕ ਜਿਹੜੇ ਦੁਨਿਆਵੀ ਤੌਰ ਤੇ ਦੁਨੀਆ ਵਿੱਚ ਦੁਨੀਆ ਦੇ ਹਿਸਾਬ ਦੇ ਨਾਲ ਨਹੀਂ ਚੱਲਦੇ, ਦੁਨੀਆ ਦੇ ਲੋਕ ਉਹਨਾਂ ਨੂੰ ਆਪਣੇ ਹਿਸਾਬ ਨਾਲ ਬੌਰਾ ਕਹਿੰਦੇ ਨੇ। ਇਹੀ ਕਾਰਨ ਹੈ ਕਿ ਜਿਨ੍ਹਾਂ ਨੇ ਵੀ ਭਗਤੀ ਲਹਿਰ ਦੀ ਇਸ ਗੁਰਮਤਿ ਪਰਿਭਾਸ਼ਾ ਨੂੰ ਸਾਹਮਣੇ ਰੱਖਿਆ ਔਰ ਜੀਵਨ ਬਣਾਇਆ ਉਸਨੂੰ, ਉਹਨਾਂ ਨੇ ਉਹ ਦੁਨੀਆ ਦੇ ਲਈ ਬੌਰੇ ਹੀ ਉਹਨਾਂ ਦੇ ਲਈ ਸਾਬਤ ਹੋ ਰਹੇ ਹਨ। ਕਿਉਂਕਿ ਸੰਸਾਰ ਦੇ ਲੋਕ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ। ਸੰਸਾਰ ਦੇ ਲੋਕ ਉਹੀ ਕੰਮ ਕਰ ਰਹੇ ਹਨ ਜਿਹੜੇ ਭਗਤਾਂ ਦੇ ਆਉਣ ਤੋਂ ਪਹਿਲਾਂ ਹੋ ਰਹੇ ਸਨ। ਭਗਤੀ ਲਹਿਰ ਤੋਂ ਪਹਿਲਾਂ ਜੋ ਲੋਕਾਂ ਨੂੰ ਭਟਕਾਇਆ ਜਾ ਰਿਹਾ ਸੀ, ਉਹਨਾਂ ਦੇ ਹੀ ਸਾਰੇ ਜਿਹੜੇ ਹਨ, ਉਹਨਾਂ ਤੇ ਪ੍ਰਭਾਵ ਹਨ। ਜੋ ਧਰਮ ਦੇ ਆਗੂ ਧਰਮ ਦੀ ਪਰਿਭਾਸ਼ਾ ਨੂੰ ਦੱਸ ਰਹੇ ਸਨ ਲੋਕਾਂ ਨੂੰ, ਉਹ ਅਸਲ ਵਿੱਚ ਧਰਮ ਦੀ ਪਰਿਭਾਸ਼ਾ ਹੈ ਨਹੀਂ ਸੀ। ਰੱਬ ਨੂੰ ਕਿਸੇ ਸਤਵੇਂ ਅਸਮਾਨ ਤੇ ਦੱਸਣਾ ਜਾਂ ਰੱਬ ਬਾਰੇ ਉਹ ਗੱਲਾਂ ਕਰਨੀਆਂ ਜਿਹੜੀਆਂ ਰੱਬ ਦੀਆਂ ਨਿਯਮਾਂ ਤੋਂ ਉਲਟ ਹਨ, ਰੱਬ ਦੀ ਬਣਾਈ ਹੋਈ ਰਚਨਾ ਤੋਂ ਉਲਟ ਉਹਨਾਂ ਨੂੰ ਇਸ ਦਾ ਗਿਆਨ ਦੇਣਾ ਜਿਸ ਦੇ ਨਾਲ ਉਹਨਾਂ ਦੀ ਦੁਕਾਨਦਾਰੀ ਚੱਲ ਸਕੇ। ਇਸ ਕਰਕੇ ਜਦ ਦੁਨੀਆ ਦੇ ਲੋਕਾਂ ਨੇ ਕਬੀਰ ਜੀ ਤੋਂ ਬਹੁਤ ਸਾਰੇ ਸਵਾਲ ਪੁੱਛੇ ਹੋਣਗੇ, ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਜੋ ਕਿ ਅੱਜ ਵੀ ਸਾਡੇ ਗੁਰਸਿੱਖ ਕਈ ਵਾਰੀ ਇਹ ਸਵਾਲ ਕਰ ਦਿੰਦੇ ਨੇ, ਦੇਖੋ ਨਾ ਜੀ ਇੰਨੇ ਸਾਲਾਂ ਤੋਂ ਇਹ ਹੋ ਰਿਹਾ ਤੇ ਤੁਸੀਂ ਅੱਜ ਨਵੀਂ ਗੱਲ ਦੱਸ ਰਹੇ ਹੋ। ਇੰਨੇ ਸਾਲਾਂ ਤੋਂ ਗੁਰਮਤ ਦੇ ਨਾਂ ਥੱਲੇ ਇਹ ਕੁਝ ਹੋ ਰਿਹਾ, ਪਾਖੰਡ ਹੋ ਰਿਹਾ, ਤਖਤਾਂ ਤੇ ਥਾਲ ਦੇ ਵਿੱਚ ਆਰਤੀਆਂ ਹੋ ਰਹੀਆਂ ਨੇ, ਲੋਕ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰੀਕੇ ਨਾਲ ਵਰਤ ਰਹੇ ਨੇ ਜਿਸ ਤਰ੍ਹਾਂ ਇੱਕ ਮੂਰਤੀ ਪੂਜਾ ਦੇ ਤੌਰ ਤੇ ਵਰਤਿਆ ਜਾ ਰਿਹਾ ਹੋਵੇ। ਜੋ ਗੁਰੂ ਗ੍ਰੰਥ ਸਾਹਿਬ ਦੱਸ ਰਹੇ ਨੇ, ਜੋ ਗੁਰਬਾਣੀ ਦੱਸ ਰਹੀ ਹੈ, ਜੋ ਭਗਤ ਜਨ 35 ਮਹਾਂਪੁਰਸ਼ ਦੱਸ ਰਹੇ ਨੇ, ਉਸ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਥਾਂ ਤੇ ਗੁਰਮਤ ਦੇ ਲੇਬਲ ਥੱਲੇ
ਉਹਨਾਂ ਦੇ ਪਖੰਡ ਨੂੰ ਹੀ ਆਪਣੇ ਅੰਦਰ ਲੈ ਲਿਆ ਹੈ। ਉਹ ਵੀ ਇਹੀ ਚਾਹੁੰਦੇ ਹੋਣਗੇ ਕਿ ਕਬੀਰ ਜੀ ਸਾਡੇ ਹਿਸਾਬ ਨਾਲ ਚੱਲਣ ਤੇ ਕਬੀਰ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਸਾਨੂੰ ਨੁਕਸਾਨ ਨਾ ਪਹੁੰਚਾਵੇ। ਜਿਸ ਟਾਈਮ ਕਿਸੇ ਨੂੰ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਹੈ, ਖਿਮਾ ਕਰਨਾ ਜੀ, ਉਹ ਪੂਰਨ ਕੋਸ਼ਿਸ਼ ਕਰਦਾ ਹੈ ਕਿ ਇਹਦੇ ਨਾਲ ਸਾਡਾ ਜਿਹੜਾ ਸਿਸਟਮ ਜਿਹੜਾ ਹੈ ਉਹ ਫੇਲ ਹੋ ਜਾਏਗਾ। ਔਰ ਤਕਰੀਬਨ ਸਾਰੇ ਭਗਤਾਂ ਦੇ ਟਾਈਮ ਇਸ ਸਿਸਟਮ ਤੇ ਚੋਟ ਪਈ ਤੇ ਲੋਕਾਂ ਨੇ ਲੱਖਾਂ ਦੀ ਤਾਦਾਦ ਵਿੱਚ ਭਗਤਾਂ ਦੀ ਭਗਤੀ ਲਹਿਰ ਨੂੰ ਫਾਲੋ ਕੀਤਾ, ਮੰਨ ਲਿਆ ਤੇ ਉਹਨਾਂ ਨੇ ਵੀ ਇੱਕ ਰਸਤਾ ਲੱਭਿਆ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਏ, ਜਿਸ ਤਰ੍ਹਾਂ ਅੱਜ ਵੀ ਬਦਨਾਮ ਕੀਤਾ ਜਾਂਦਾ ਹੈ ਕਿ ਇਹ ਨਹੀਂ ਜੀ ਇਸ ਤਰ੍ਹਾਂ ਨਹੀਂ ਹੈ ਜੀ, ਇਸ ਤਰ੍ਹਾਂ ਹੈ। ਕਬੀਰ ਜੀ ਕਹਿੰਦੇ ਨੇ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਸਿਆਣੇ ਤੇ ਉਹ ਮੈਨੂੰ ਲੱਗ ਰਹੇ ਨੇ ਜਿਸ ਤਰ੍ਹਾਂ ਕਿ ਆਪਣੇ ਆਪ ਨੂੰ ਸਿਆਣਾ ਸਮਝ ਰਹੇ ਨੇ ਔਰ ਧਰਮ ਦੇ ਅਕੀਦੇ ਦੇ ਉਲਟ ਕੰਮ ਕਰ ਰਹੇ ਨੇ। ਹਾਲਾਂਕਿ ਇਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਵੀ ਨਾਮ ਦੀ ਗੱਲ ਕੀਤੀ ਹੈ, ਜੀਵਨ ਸੁਧਾਰਨ ਦੀ ਗੱਲ ਕੀਤੀ ਹੈ। ਜੀਵਨ ਸੁਧਾਰਨ ਵਾਲੇ ਰਾਸਤੇ ਤੇ ਕੋਈ ਤੁਰਨ ਲਈ ਤਿਆਰ ਨਹੀਂ ਹੈ। ਹਰ ਕੋਈ ਇਹ ਚਾਹ ਰਿਹਾ ਹੈ ਕਿ ਮੈਂ ਪੈਸੇ ਦਿਆਂ ਤੇ ਮੈਂ ਆਪਣੇ ਪਾਪ ਧੋ ਦਿਆਂ, ਮੈਂ 25 ਦਿਨ 40 ਦਿਨ ਧਰਮ ਦੇ ਨਾਂ ਤੇ ਕੁਝ ਕਰਮ ਕਾਂਡ ਕਰ ਦਿਆਂ ਤੇ ਮੇਰੇ ਪਾਪ ਧੁੱਲ ਜਾਣ, ਮੈਂ ਰਾਜ ਸੱਤਾ ਦੇ ਜ਼ੋਰ ਦੇ ਨਾਲ ਕੁਝ ਹਵਨ ਕਰਾ ਦਿਆਂ, ਕੁਝ ਮੰਤਰ ਪੜ੍ਹ ਦਿਆਂ। ਜਿਹੜਾ ਕਿ ਅੱਜ ਵੀ ਜਿਨ੍ਹਾਂ ਕੋਲ ਪੈਸਾ ਹੈ ਉਹ ਇਹ ਸਮਝਦੇ ਨੇ ਪਾਠ ਅਖੰਡ ਪਾਠ ਸਾਹਿਬ ਰਖਾ ਲਿਆ ਤੇ ਬਾਣੀ ਪੜ੍ਹਾ ਲਈ ਤੇ ਸਾਡੇ ਸਾਰੇ ਪਾਪ ਧੋਤੇ ਜਾਣਗੇ। ਜਿੰਨਾ ਧਨ ਬੁਰਾਈ ਦੇ ਨਾਲ ਕਮਾਇਆ ਹੈ ਉਹ ਸਾਰਾ ਜਿਹੜਾ ਹੈ ਉਹ ਸਾਡਾ ਪਵਿੱਤਰ ਹੋ ਜਾਏਗਾ। ਤੇ ਭਗਤੀ ਲਹਿਰ ਦੇ ਸਿਸਟਮ ਵਿੱਚ ਇਹ ਹੈ ਨਹੀਂ, ਗੁਰੂ ਨਾਨਕ ਦੀ ਵਿਚਾਰਧਾਰਾ ਵਿੱਚ ਇਹ ਹੈ ਨਹੀਂ। ਪੁਰਜੋਰ ਤਰੀਕੇ ਨਾਲ ਜੋ ਗਲਤ ਹੈ ਉਸ ਨੂੰ ਗਲਤ ਹੀ ਕਿਹਾ ਹੈ, ਭਾਵੇਂ ਉਹ ਆਪਣੇ ਸਕੇ ਨੇ ਕੀਤਾ ਹੋਵੇ, ਭਾਵੇਂ ਬਗਾਨੇ ਨੇ ਕੀਤਾ ਹੋਵੇ, ਭਾਵੇਂ ਖੁਦ ਦੀ ਵਿਚਾਰਧਾਰਾ ਵਿੱਚ ਆਏ ਹੋਏ ਲੋਕਾਂ ਨੇ ਕੀਤਾ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ। ਆਪ ਜੀ ਇਸ ਪਰਿਭਾਸ਼ਾ ਨੂੰ ਗੁਰੂ ਕਾਲ ਦੇ ਟਾਈਮ ਗੁਰੂ ਪੁੱਤਰਾਂ ਦੇ ਗਲਤੀਆਂ ਨੂੰ ਕਦੀ ਵੀ ਢੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜਾ ਵੀ ਗਲਤੀ ਢੱਕਣ ਦੀ ਕੋਸ਼ਿਸ਼ ਕਰਦਾ ਹੈ ਉਹ ਆਪਣੀ ਉਸ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਰਿਹਾ ਹੁੰਦਾ ਹੈ, ਉਹਨੂੰ ਖਤਮ ਕਰਨ ਵਾਸਤੇ ਅਖੀਰਲੀ ਕਿੱਲ ਠੋਕ ਰਿਹਾ ਹੁੰਦਾ, ਲਗਾ ਰਿਹਾ ਹੁੰਦਾ। ਹੁਣ ਇਸ ਬੌਰੇਪਨ ਨੂੰ ਬੌਰਾ ਕਹਿੰਦੇ ਨੇ, ਜਿਹੜਾ ਬੇਸਮਝ ਹੋ ਜਾਏ, ਜਿਸ ਨੂੰ ਪੂਰਨ ਤੌਰ ਤੇ ਸਮਝ ਨਾ ਹੋਵੇ। ਜਿਸ ਤਰ੍ਹਾਂ ਬ੍ਰਿਜ ਭਾਸ਼ਾ ਵਿੱਚ ਭੋਜਪੁਰੀ ਦੇ ਅੰਦਰ ਇਹ ਕਿਹਾ ਜਾਂਦਾ ਹੈ ਕਾਹੇ ਹੋ ਬੌਰਾ ਗਿਲਾ, ਮਤਲਬ ਬੌਰਾ ਹੋ ਗਿਆ ਹੈ, ਤੈਨੂੰ ਸਮਝ ਨਹੀਂ ਆ ਰਹੀ ਗੱਲ। ਇਸੇ ਤਰ੍ਹਾਂ ਕਬੀਰ ਜੀ ਨੂੰ ਬਾਰ-ਬਾਰ ਲੋਕ ਕਹਿ ਰਹੇ ਨੇ ਕਿ ਤੂੰ ਜੋ ਧਰਮ ਦੱਸ ਰਿਹਾ ਹੈ ਉਹ ਸਾਡੇ ਪੱਲੇ ਨਹੀਂ ਪੈਣਾ, ਉਸ ਦੇ ਨਾਲ ਸਾਡਾ ਨਫਾ ਨੁਕਸਾਨ ਨਹੀਂ ਹੈ। ਕਬੀਰ ਜੀ ਇਸ ਗੱਲ ਨੂੰ ਕਹਿ ਰਹੇ ਨੇ ਮੈਂ ਨਫੇ ਨੁਕਸਾਨ ਵਾਸਤੇ ਰੱਬ ਜੀ ਨੂੰ ਨਹੀਂ ਤਿਆਰ ਆ। ਮੇਰੇ ਵਿਗੜਨ ਦੇ ਕਾਰਨ ਕੀ ਨੇ? ਮੈਂ ਬਿਗੜਿਓ, ਬਿਗੜੇ ਮਤ ਔਰਾ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਵਿਗੜ ਗਿਆ ਤੇ ਜਿੰਨੇ ਲੋਕ ਮੇਰੇ ਕੋਲ ਆ ਕੇ ਉਸ ਵਿਚਾਰਧਾਰਾ ਨੂੰ ਮੰਨ ਰਹੇ ਨੇ, ਤੁਸੀਂ ਉਹਨਾਂ ਨੂੰ ਰੋਕ ਕੇ ਦੇਖ ਲਓ। ਇੱਥੇ ਜੋ ਮੈਂ ਸਮਝਦਾ ਰਹਾਉ ਦੇ ਬੰਦ ਵਿੱਚ ਇਹ ਅਰਥ ਨਿਕਲਦੇ ਨੇ। ਗੁਰੂ ਨਾਨਕ ਬਾਬਾ ਜੀ ਨੇ ਜਦ ਸੰਦੇਸ਼ ਦਿੱਤਾ, ਜਿਸ ਸਿੱਖ ਨੇ ਗੁਰੂ ਨਾਨਕ ਵਿਚਾਰਧਾਰਾ ਨੂੰ ਮੰਨਿਆ, ਗੁਰਮਤਿ ਦੀ ਵਿਚਾਰਧਾਰਾ ਨੂੰ ਮੰਨਿਆ, ਭਗਤੀ ਲਹਿਰ ਦੀ ਵਿਚਾਰਧਾਰਾ ਨੂੰ ਮੰਨਿਆ, ਉਹਨਾਂ ਨੇ ਸੰਸਾਰ ਨੂੰ ਚੈਲੰਜ ਹੀ ਕੀਤਾ ਹੈ, ਜਿਸ ਦੇ ਵਿੱਚ
ਜਿਹੜਾ ਕਾਜੀ ਹੈ ਰੁਕਨੁਦੀਨ ਉਹ ਵੀ ਸ਼ਾਮਲ ਹੈ। ਹੁਣ ਕਾਬੇ ਦਾ ਸਭ ਤੋਂ ਵੱਡਾ ਕਾਜੀ ਹੈ ਜੇ ਸੋਚਿਆ ਜਾਏ ਤੇ ਉਹ ਰੁਕਨੁਦੀਨ ਜਿਹੜਾ ਸਾਰੀ ਤਾਕਤਾਂ ਦਾ ਮਾਲਕ ਹੈ, ਜਿਹਦੇ ਸਾਰੇ ਸੰਸਾਰ ਦੇ ਮੁਸਲਮਾਨ ਆ ਕੇ ਉਹਦੇ ਕੋਲੋਂ ਸਜਦਾ ਕਰਾਉਂਦੇ ਨੇ, ਤੇ ਉਹ ਸਭ ਕੁਝ ਛੱਡ ਦਿੰਦਾ ਹੈ। ਉਹ ਹਿੰਦੂ ਵੀਰ ਜਿਹੜੇ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ ਤੋਂ ਉਹਨਾਂ ਬ੍ਰਾਹਮਣੀ ਵਿਚਾਰਧਾਰਾ ਨੂੰ ਮੰਨਦੇ ਨੇ, ਤੇ ਉਹਨੂੰ ਛੱਡ ਦਿੰਦੇ ਨੇ। ਉਹਨਾਂ ਸਾਰੀਆਂ ਵਿਚਾਰਾਂ ਨੂੰ ਆਪਣੇ ਅੰਦਰੋਂ ਡਿਲੀਟ ਕਰ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਲੇਕਿਨ ਅਸੀਂ ਨਹੀਂ ਖਤਮ ਕਰ ਪਾਏ। ਕਬੀਰ ਜੀ ਇੱਥੇ ਸੰਦੇਸ਼ ਇਹ ਦੇਣਾ ਚਾਹੁੰਦੇ ਨੇ, ਜੋ ਅਕਾਲ ਪੁਰਖ ਨੇ, ਜੋ ਰੱਬ ਨੇ ਮੈਨੂੰ ਦਿੱਤਾ ਹੈ, ਉਸ ਤੋਂ ਤੁਸੀਂ ਰੋਕ ਕੇ ਦੇਖ ਲਓ। ਦੁਨੀਆ ਨੂੰ ਜਿਹਨੂੰ ਸਮਝ ਆਏਗੀ ਉਹ ਰੁਕੇਗਾ ਨਹੀਂ। ਹੁਣ ਪੱਥਰ ਦਾ ਯੁੱਗ ਨਹੀਂ ਹੈ, ਹੁਣ ਜੰਗਲਾਂ 'ਚ ਰਹਿਣ ਦਾ ਯੁੱਗ ਨਹੀਂ ਹੈ, ਹੁਣ ਗਿਆਨ ਦਾ ਯੁੱਗ ਹੈ। ਜਿਸ ਬਾਰੇ ਕਬੀਰ ਜੀ ਨੇ ਆਪਣੀ ਬਾਣੀ 'ਚ ਜਿਸ ਗਿਆਨ ਦੀ ਗੱਲ ਕੀਤੀ ਹੈ, ਉਸ ਗਿਆਨ ਬਾਰੇ ਵੀ ਆਪਾਂ ਵਿਚਾਰਾਂਗੇ। ਕਿਉਂਕਿ ਪਹਿਲੀ ਪੰਕਤੀਆਂ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ ਬਿਲਾਵਲ ਰਾਗ ਵਿੱਚ, ਵਿਦਿਆ ਨਾ ਪਰੋ ਬਾਦ ਨਹੀਂ ਜਾਣੋ। ਹੁਣ ਇੱਥੇ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ, ਇਹਦਾ ਮਤਲਬ ਇਹ ਨਹੀਂ ਕਿ ਮੈਂ ਬਾਣੇ ਪੜ੍ਹਾਈ ਨਹੀਂ ਕਰਾਂ। ਕਈ ਲੋਕ ਇਹ ਅਗਿਆਨਤਾ ਦੇ ਨਾਲ ਆਪਣੇ ਅੰਦਰ ਵਸਾ ਲੈਂਦੇ ਨੇ। ਦੇਖੋ ਜੀ ਕਬੀਰ ਜੀ ਨੇ ਕਿਹੜੀ ਪੜ੍ਹਾਈ ਕੀਤੀ ਸੀ। ਹਰ ਸ਼ਖਸ ਨੇ ਕੁਝ ਨਾ ਕੁਝ ਪੜ੍ਹਾਈ ਕੀਤੀ ਹੈ। ਜੋ ਸਰੋਤ ਉਹਦੇ ਕੋਲ ਸਨ, ਉਸੇ ਸਰੋਤਾਂ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਹੈ, ਤਾਂ ਬ੍ਰਹਮ ਬਾਰੇ ਲਿਖਣ ਦੇ ਸਮਰਥ ਹੋਏ ਨੇ। ਕਿਉਂਕਿ ਅਕਾਲ ਪੁਰਖ ਨੇ ਵੀ ਸਮਰਥ ਕੀਤਾ ਹੁੰਦਾ, ਤੇ ਦੁਨਿਆਵੀ ਬੋਲੀ ਦੀ ਜਾਣਕਾਰੀ ਵੀ, ਪਕੜ ਵੀ ਹੁੰਦੀ ਹੈ। ਆਪ ਸਮੂਹ ਬਾਣੀ ਨੂੰ ਪੜ੍ਹ ਕੇ ਦੇਖੋ, ਸਮਝ ਵਿੱਚ ਆ ਜਾਏਗੀ। ਇੱਥੇ ਵਿਦਿਆ ਨਾ ਪਰੋਂ ਦਾ ਮਤਲਬ ਹੈ ਕਿ ਮੈਂ ਝਗੜੇ ਵਾਸਤੇ ਵਿਦਿਆ ਨਹੀਂ ਧਰਮ ਦੀ ਪੜ੍ਹਨਾ ਚਾਹੁੰਦਾ, ਜਿਸ ਨੂੰ ਪੜ੍ਹ ਕੇ ਮੈਂ ਬਾਦ ਵਿਵਾਦ ਵਿੱਚ ਫਸ ਜਾਵਾਂ। ਇਹ ਗੱਲ ਵੱਖਰੀ ਹੈ ਕਿ ਜਿਹੜਾ ਗੱਲ ਸੱਚ ਦੀ ਕਰਦਾ ਹੈ, ਉਹ ਸੱਚ ਦੀ ਗੱਲ ਕਰਨ ਵਿੱਚ ਉਹਨੂੰ ਕਈ ਵਾਰੀ ਵਿਵਾਦ ਵਿੱਚ ਲੋਕ ਹੀ ਘੇਰ ਲੈਂਦੇ ਨੇ। ਅੱਜ ਵੀ ਇਹੀ ਕੁਝ ਹੁੰਦਾ ਹੈ ਕਿ ਘੇਰਨ ਦੀ, ਕਿਉਂਕਿ ਅਸੀਂ ਧਾਰਮਿਕ ਸਟੇਜਾਂ ਤੇ ਜਾਣ ਲੱਗ ਪਏ ਹਾਂ ਪਰਮਾਨੈਂਟ ਫੁੱਲ ਟਾਈਮ 13-14 ਸਾਲ ਤੋਂ ਗੁਰਬਾਣੀ ਵਿਚਾਰ ਤੇ ਗੁਰਮਤਿ ਵਿਚਾਰ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੰਮ ਕਰ ਰਹੇ ਹਾਂ। ਤੇ ਲੋਕਾਂ ਕੋਲ ਗੁਰਬਾਣੀ ਦੇ ਕੋਈ ਜਵਾਬ ਨਹੀਂ ਹੁੰਦੇ, ਗੁਰਮਤਿ ਦੇ ਕੋਈ ਜਵਾਬ ਨਹੀਂ ਹੁੰਦੇ। ਉਹਨਾਂ ਨੇ ਉਹ ਸਵਾਲ ਕਰਨੇ ਹੁੰਦੇ ਨੇ ਜਿਸ ਦੇ ਵਿੱਚੋਂ ਝਗੜਾ ਖੜਾ ਹੋਵੇ। ਤੇ ਜਿਹੜਾ ਵੀ ਭਗਤ ਕਬੀਰ ਜੀ ਕੋਲ ਆਂਦਾ ਹੈ, ਉਸ ਨੂੰ ਕਬੀਰ ਜੀ ਇਹੀ ਕਹਿੰਦੇ ਨੇ, ਤੁਸੀਂ ਮੇਰੇ ਕੋਲ ਵਿਦਿਆ ਦੀ ਗੱਲ ਕਰਨ ਆਣੀ ਹੈ, ਰੱਬ ਦੀ ਬ੍ਰਹਮ ਦੀ ਗੱਲ ਕਰਨ ਆਣੀ ਹੈ, ਤੇ ਬਾਦ ਦੀ ਗੱਲ ਨਹੀਂ ਕਰਨੀ ਹੈ। ਬਾਦ ਨਹੀਂ ਜਾਣੋ। ਹਰ ਗੁਣ ਕਥਤ ਸੁਨਤ ਬੌਰਾਨੋ। ਮੈਂ ਝਗੜੇ ਵਾਸਤੇ ਹਰੀ ਦੇ ਗੁਣ ਨਹੀਂ ਗਾਏ, ਮੈਂ ਝਗੜੇ ਵਾਸਤੇ ਗੁਰਬਾਣੀ ਦੇ ਮਾਰਗ ਤੇ ਨਹੀਂ ਤੁਰਿਆ। ਗੁਰਮਤ ਦੇ ਮਾਰਗ ਨੂੰ, ਜਿਸ ਮਾਰਗ ਨੂੰ ਅਕਾਲ ਪੁਰਖ ਨੇ ਮੈਨੂੰ ਦਿੱਤਾ ਹੈ, ਉਸ ਮਾਰਗ ਨੂੰ ਮੈਂ ਨਹੀਂ ਅਪਣਾਇਆ ਹੈ। ਮੈਂ ਹਰੀ ਦੇ ਗੁਣ ਨੂੰ ਸੁਣਨ ਤੋਂ ਬਾਅਦ, ਉਸ ਦੀ ਸੱਚਾਈਆਂ ਨੂੰ ਜਾਣਨ ਤੋਂ ਬਾਅਦ ਸੰਸਾਰ ਲਈ ਬੋਰਾ ਹੋਇਆ ਹਾਂ। ਸੰਸਾਰ ਨੂੰ ਲੱਗਦਾ ਹੈ ਜਿਸ ਤਰ੍ਹਾਂ ਮੈਂ ਬੋਰਾ ਹੋ ਗਿਆ ਹਾਂ। ਇਸ ਬੋਰੇਪਨ ਨੂੰ ਦੁਨੀਆ ਦੇ ਲੋਕ ਸਮਝ ਨਹੀਂ ਪਾ ਰਹੇ। ਆਪ ਨਾ ਬੋਰਾ ਰਾਮ ਕਿਉ ਬੋਰਾ। ਮੈਂ ਖੁਦ ਬੋਰਾ ਨਹੀਂ ਹੋਇਆ। ਜੇ ਮੈਂ ਤੁਹਾਡੇ ਧਾਰਮਿਕ ਗ੍ਰੰਥ ਪੜ੍ਹਦਾ ਜਾਂ ਤੁਹਾਡੀ ਵਿਦਿਆ ਪੜ੍ਹਦਾ, ਜੇ ਤੁਹਾਡੇ ਹਿਸਾਬ ਨਾਲ ਚੱਲਦਾ, ਤੇ ਮੈਂ ਬੋਰਾ ਨਹੀਂ ਸਮਝਿਆ ਜਾਣਾ ਸੀ। ਮੈਂ ਬੋਰਾ ਤਦ ਸਮਝਿਆ ਜਾਣਾ ਕਿਉਂਕਿ ਅਸਲ ਰਾਮ ਬਾਰੇ ਜਿਹੜਾ ਘਟ ਘਟ ਚ ਵਸਿਆ ਹੈ,
ਉਸ ਰਾਮ ਬਾਰੇ ਮੈਨੂੰ ਪੂਰਨ ਤੌਰ ਤੇ ਜਾਣਕਾਰੀ ਹੋ ਗਈ ਹੈ। ਮੈਂ ਉਸ ਜਾਣਕਾਰੀ ਨੂੰ, ਉਸ ਗਿਆਨ ਨੂੰ, ਉਸ ਨੂੰ ਜੀਵਨ ਵਿੱਚ ਢਾਲ ਲਿਆ ਹੈ, ਆਪਣੇ ਸਵਾਸਾਂ ਵਿੱਚ ਅਪਣਾ ਲਿਆ ਹੈ। ਤੇ ਇਸ ਕਰਕੇ ਮੈਂ ਰਾਮ ਦੇ ਦਿੱਤੇ ਹੋਏ ਗਿਆਨ ਦੇ ਕਾਰਨ, ਰਾਮ ਦੀ ਕਿਰਪਾ ਦੇ ਕਾਰਨ ਜਿਹੜਾ ਘਟ-ਘਟ ਵਿੱਚ ਵਸਿਆ ਹੈ, ਉਹੀ ਕਾਰਨ ਹੋਇਆ ਹੈ ਕਿ ਮੈਂ ਦੁਨੀਆ ਲਈ ਬੋਰਾ ਨਜ਼ਰ ਆ ਰਿਹਾ ਹਾਂ। ਸਤਿਗੁਰੂ ਜਾਰ ਗਇਓ ਭਰਮ ਮੋਰਾ, ਕਿਉਂਕਿ ਮੇਰੇ ਸਾਰੇ ਭਰਮ ਸਤਿਗੁਰੂ ਦੇ ਨੇ ਜਲਾ ਦਿੱਤੇ ਨੇ। ਸਤਿਗੁਰੂ ਦੀ ਕਿਰਪਾ ਦਾ ਪਾਤਰ ਹੋਣ ਕਰਕੇ ਮੇਰੀ ਭਟਕਣਾ ਮੁੱਕ ਗਈ ਹੈ। ਉਸ ਭਟਕਣਾ ਨੂੰ, ਜਿਸ ਦੇ ਕਾਰਨ ਲੋਕ ਆਪਣਾ ਜੀਵਨ, ਆਪਣੇ ਸਵਾਸ ਬਰਬਾਦ ਕਰ ਰਹੇ ਨੇ, ਅੱਜ ਵੀ ਬਰਬਾਦ ਕਰ ਰਹੇ ਨੇ, ਜਿਸ ਕਾਰਨ ਅਸੀਂ ਸਮਝ ਨਹੀਂ ਪਾ ਰਹੇ ਹਾਂ ਕਿ ਜ਼ਿੰਦਗੀ ਸਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਕਿਸ ਤਰ੍ਹਾਂ ਦੀ ਅਸੀਂ ਗੁਰੂ ਦੇ ਲਿਖੇ ਹੁਕਮ ਦੇ ਅਨੁਸਾਰ ਬਣਾਉਣੀ ਹੈ। ਸੋ ਕਬੀਰ ਜੀ ਨੇ ਇਸ ਗੱਲ ਨੂੰ ਕਰਦਿਆਂ ਹੋਇਆ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਗੱਲ ਆਪਾਂ ਮੁੱਖ ਵਿਸ਼ੇ ਦੀ ਕਰਨੀ ਹੈ, ਮਤਲਬ ਇਹ ਹੈ ਕਿ ਕਬੀਰ ਜੀ ਸਾਨੂੰ ਪੜ੍ਹਨ ਤੋਂ, ਪੜ੍ਹਾਈ ਕਰਨ ਤੋਂ ਨਹੀਂ ਰੋਕ ਰਹੇ, ਗਿਆਨ ਲੈਣ ਤੋਂ ਨਹੀਂ ਰੋਕ ਰਹੇ। ਸਾਨੂੰ ਉਸ ਗਿਆਨ ਰਾਹੀਂ ਲੜਨ ਤੋਂ ਰੋਕ ਰਹੇ ਨੇ। ਜਿਸ ਤਰ੍ਹਾਂ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਵੀ ਸਮਝਾਇਆ ਹੈ, ਕਬੀਰ ਜਹਾਂ ਗਿਆਨ ਤਹਿ ਧਰਮ ਹੈ, ਜਹ ਝੂਠ ਤਹਿ ਪਾਪ, ਜਹ ਲੋਭ ਤਹਿ ਕਾਲ ਹੈ, ਜਹ ਖਿਮਾ ਤਹਿ ਆਪ। ਫਿਰ ਕਬੀਰ ਜੀ ਕੋਲੋਂ ਕਿਸੇ ਨੇ ਪੁੱਛਿਆ ਹੋਵੇਗਾ, ਫਿਰ ਇਹ ਗਿਆਨ ਕਿਉਂ ਚਾਹੀਦਾ? ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ। ਮੈਂ ਕਿਸੇ ਨਾਲ ਝਗੜੇ ਵਾਸਤੇ ਗਿਆਨ ਰੱਬ ਦਾ ਨਹੀਂ ਲੈਣਾ, ਬ੍ਰਹਮ ਦਾ ਗਿਆਨ ਨਹੀਂ ਲੈਣਾ। ਮੈਂ ਇਸ ਨੂੰ ਰੱਬ ਜੀ ਦੀ ਬੇਅੰਤਤਾ, ਰੱਬ ਜੀ ਦੀ ਮਹਾਨਤਾ ਤੇ ਬੇਅੰਤ ਪ੍ਰਭੂ ਦੀ ਕੁਦਰਤ ਨੂੰ, ਜਿਸ ਬਾਰੇ ਗੁਰਬਾਣੀ ਕਹਿੰਦੀ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜਿਸ ਦਾ ਐਂਡ ਸਤਿਗੁਰੂ ਜੀ ਗੁਰਬਾਣੀ ਸਾਨੂੰ ਦੱਸਦੇ ਨੇ ਕਿ ਰੱਬ ਦਾ ਐਂਡ ਨਹੀਂ ਪਾਇਆ ਜਾ ਸਕਦਾ, ਰੱਬ ਦਾ ਅੰਤ ਨਹੀਂ ਮਿਲ ਸਕਦਾ। ਸੋ ਕਬੀਰ ਜੀ ਨੇ ਇੱਥੇ ਬੜੀ ਖੂਬਸੂਰਤੀ ਦੇ ਨਾਲ ਸਾਡੇ ਸਾਹਮਣੇ ਇਹ ਵਿਚਾਰ ਰੱਖਦਿਆਂ ਹੋਇਆਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗਿਆਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਝਗੜੇ ਵਧਾਣੇ ਹਨ। ਵਿਚਾਰ ਕਰਨੀ ਇੱਕ ਵੱਖਰੀ ਚੀਜ਼ ਹੈ, ਗੋਸ਼ਟੀ ਕਰਨੀ ਇੱਕ ਵੱਖਰੀ ਚੀਜ਼ ਹੈ। ਗੋਸ਼ਟੀ ਦਾ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਤੌਰ ਤੇ ਗੁਰਮੁਖ ਬੈਠੋ ਸਫਾ ਵਿਚਾਈ ਦੀ ਪਰਿਭਾਸ਼ਾ ਸਾਨੂੰ ਦੱਸਦੇ ਨੇ। ਉਹ ਸਫਾ ਤਦ ਵਿੱਚ ਸਕਦੀ ਹੈ ਜੇ ਅਸੀਂ ਹਰਨਾਮੇ ਦੀ ਜੋੜੀ ਹੋ ਕੇ ਬੈਠਾਂਗੇ, ਆਪਣੇ ਸਾਹਮਣੇ ਵਾਲੇ ਵਿੱਚ ਰੱਬ ਦੀ ਜੋਤ ਦੇਖ ਕੇ ਬੈਠਾਂਗੇ। ਸਾਡੀ ਸਾਂਝ ਬ੍ਰਹਮ ਦੇ ਗਿਆਨ ਲਈ ਹੋਏਗੀ, ਆਪਣੇ ਅੰਦਰ ਦੇ ਮੈਲ ਨੂੰ ਧੋਣ ਲਈ ਹੋਏਗੀ। ਜਿਹੜੀਆਂ ਸਾਡੀਆਂ ਆਦਤਾਂ ਨੇ ਉਹਨਾਂ ਨੂੰ ਸੁਧਾਰ ਕੇ ਰੱਬ ਜੀ ਦੇ ਸਿਮਰਨ ਤੇ ਰੱਬ ਜੀ ਦੇ ਗੁਣਾਂ ਨੂੰ ਧਾਰਨ ਕਰਨ ਲਈ ਹੋਏਗੀ। ਜਦ ਇਸ ਰਾਸਤੇ ਤੇ ਤੁਰਦੇ ਹਾਂ ਤੇ ਦੂਜੇ ਬੰਦ ਵਿੱਚ ਜਿਹੜੀ ਗੱਲ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਆਪ ਨਾ ਬੋਰਾ ਰਾਮ ਕੀਓ ਬੋਰਾ। ਮੈਂ ਖੁਦ ਬੋਰਾ ਨਹੀਂ ਹੋਇਆ। ਜਦ ਰੱਬ ਜੀ ਦੇ, ਰਾਮ ਜੀ ਦੇ, ਅੱਲਾ ਜੀ ਦੇ, ਵਾਹਿਗੁਰੂ ਜੀ ਦੇ ਗਿਆਨ ਨੂੰ ਮੈਂ ਪਾਇਆ ਹੈ, ਉਸ ਕਾਰਨ ਲੋਕ ਮੈਨੂੰ ਬੋਰਾ ਕਹਿ ਰਹੇ ਨੇ, ਗਲਤ ਕਹਿ ਰਹੇ ਨੇ। ਅਸਲ ਵਿੱਚ ਮੈਂ ਗਲਤ ਨਹੀਂ ਆ। ਇਹ ਬੋਰੇ ਹੋਣ ਦਾ ਕਾਰਨ ਕੀ ਹੈ? ਸਤਿਗੁਰੂ ਜਾਰ ਗਇਓ ਭਰਮ ਮੋਰਾ, ਕਿਉਂਕਿ ਮੇਰੇ ਸਾਰੇ ਭਰਮ ਜਲਾ ਦਿੱਤੇ, ਕਿਉਂਕਿ ਮੇਰੇ ਅੰਦਰ ਵਸ ਗਿਆ ਹੈ। ਹਮਾਰਾ ਝਗੜਾ ਰਹਾ ਨਾ ਕੋ,
ਪੰਡਤ ਮੁੱਲਾ ਛਾੜੇ ਦੋ। ਕਿਉਂਕਿ ਕਬੀਰ ਜੀ ਦੇ ਟਾਈਮ ਵੀ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਜਿਹੜੇ ਸਮਕਾਲੀ ਭਗਤ ਸਨ, ਉਹਨਾਂ ਤੱਕ ਉਹ ਬਾਣੀ ਪਹੁੰਚਦੀ ਰਹੀ ਹੈ। ਔਰ ਉਸ ਬਾਣੀ ਦੇ ਮਿਲਾਪ ਔਰ ਇਕਸਾਰਤਾ ਦਾ ਕਾਰਨ ਵੀ ਇੱਕ ਦੂਜੇ ਨਾਲ, ਮੈਂ ਸਮਝਦਾ, ਗੁਰਬਾਣੀ ਦੀ ਸਾਂਝ ਹੋਏਗੀ। ਤੇ ਸਤਿਗੁਰੂ ਜਾਰ ਕਹਿੰਦੇ ਜਲਾ ਦਿੱਤਾ। ਭੋਜਪੁਰੀ ਵਿੱਚ ਜਾਂ ਬ੍ਰਿਜ ਭਾਸ਼ਾ ਵਿੱਚ ਜਲਾਣ ਨੂੰ ਕਹਿੰਦੇ ਨੇ ਜਾਰ ਦੇਣਾ, ਜਰਾ ਦਾ ਹੋ, ਮਤਲਬ ਜਲਾ ਦਿਓ, ਉਹਨੂੰ ਖਤਮ ਕਰ ਦਿਓ। ਕਹਿੰਦੇ ਮੈਂ ਨਹੀਂ ਖਤਮ ਕੀਤਾ, ਮੇਰੇ ਉਸ ਸਤਿਗੁਰੂ ਨੇ ਮੈਨੂੰ ਗਿਆਨ ਬਖਸ਼ ਕੇ, ਗੁਰੂ ਦਾ ਗਿਆਨ ਬਖਸ਼ ਕੇ, ਗੁਰਬਾਣੀ ਦਾ ਗਿਆਨ ਬਖਸ਼ ਕੇ ਇਹ ਸਭ ਭਟਕਣਾ ਦੂਰ ਕਰ ਦਿੱਤੀਆਂ। ਗੁਰਬਾਣੀ 'ਚ ਹੋਰ ਥਾਂ ਤੇ ਵੀ ਇਹੀ ਗੱਲ ਕੀਤੀ ਹੈ। ਔਰ ਉਸ ਪਰਮਾਤਮਾ ਦੇ ਮਾਰਗ ਦੇ ਉੱਪਰ ਸੰਸਾਰ ਦੇ ਸਾਰੇ ਧਰਮ ਦੇ ਕਰਮ ਕਾਂਡ ਪ੍ਰਵਾਨ ਨਹੀਂ ਕੀਤੇ ਹਨ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੁਟੇ। ਤੇ ਕਰਨਾ ਕੀ ਹੈ? ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਅਸਲ ਸਾਡੇ ਕੋਲ ਚੌਥਾ ਪਦ ਹੈ, 3 ਪਦ ਨਹੀਂ ਨੇ। 3 ਪਦ ਦੇ ਉੱਪਰ ਚੱਲਦਿਆਂ ਚੌਥੇ ਪਦ ਦੇ ਉਸ ਮੰਜ਼ਲ ਨੂੰ ਪਾਣਾ ਹੈ, ਉਸ ਚੀਜ਼ ਨੂੰ ਅਪਣਾਉਣਾ ਹੈ। ਨਿਰਵਾਣ ਕਹਿੰਦੇ ਨੇ ਵਾਸ਼ਨਾ ਰਹਿਤ ਹੋ ਕੇ ਗੁਰੂ ਦੇ ਹੁਕਮ ਤੇ ਤੁਰਨਾ। ਉਸ ਦੇ ਵਿੱਚ ਕੋਈ ਲਾਲਸਾ ਨਾ ਹੋਵੇ, ਕੋਈ ਵਾਸ਼ਨਾ ਨਾ ਹੋਵੇ, ਕੋਈ ਇੱਛਾ ਨਾ ਹੋਵੇ ਪ੍ਰਾਪਤੀ ਦੀ। ਪ੍ਰਾਪਤੀ ਕਿਰਤ ਵਿੱਚ ਹੋਵੇ, ਕੀਰਤੀ ਵਿੱਚ ਨਾ ਹੋਵੇ। ਪ੍ਰਾਪਤੀ ਜਿਹੜੀ ਹੈ ਕਿਰਤ ਵਿੱਚ ਹੋਵੇ, ਕੀਰਤੀ ਵਿੱਚ ਨਾ ਹੋਵੇ। ਰੱਬ ਦੇ ਸਿਮਰਨ ਵਿੱਚ ਪ੍ਰਾਪਤੀ ਦੀ ਇੱਛਾ ਨਾ ਹੋਵੇ। ਰੱਬ ਦੇ ਸਿਮਰਨ ਤੇ ਗੁਣਾਂ ਨੂੰ ਆਪਣੇ ਅੰਦਰ ਦੇ ਮੈਲ ਧੋਣ ਦਾ ਤੇ ਆਪਣੀਆਂ ਆਦਤਾਂ ਸੁਧਾਰ ਕੇ ਸਾਰਿਆਂ ਨੂੰ ਆਪਣਾ ਮਿੱਤਰ ਪਿਆਰਾ ਬਣਾਉਣ ਦੇ ਮਾਰਗ ਤੇ ਤੁਰਨ ਦਾ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਹੁਣ ਤੀਜੇ ਬਾਂਧ ਵਿੱਚ ਮੈਂ ਕਮਾਲ ਦੀ ਗੱਲ ਰੱਖੀ ਹੈ। ਮੈਂ ਬਿਗੜੇ ਆਪਣੀ ਮਤ ਖੋਈ। ਇਹ ਚੰਗਾ ਹੋਇਆ ਮੈਂ ਵਿਗੜ ਗਿਆ ਦੁਨੀਆ ਦੇ ਲਈ, ਤੇ ਮੇਰੇ ਕੋਲ ਜਿਹੜੀ ਸੰਸਾਰ ਦੀ ਮਤ ਸੀ ਮੈਂ ਗਲਿਓਂ ਲਾਹਤੀ। ਤੇ ਨਹੀਂ ਤੇ ਮੇਰੇ ਕੋਲ ਜੰਜਾਲ ਹੀ ਫਸਿਆ ਰਹਿਣਾ ਸੀ ਕਿ ਮੈਂ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦਾ। ਇਸ ਬਹਾਨੇ ਮੈਂ ਧਾਰਮਿਕ ਗ੍ਰੰਥ ਪੜ੍ਹ ਲਏ ਕਿ ਉਹਨਾਂ 'ਚ ਕੀ ਲਿਖਿਆ ਪਤਾ ਲੱਗ ਗਿਆ। ਜੇ ਮੈਂ ਉਹਨਾਂ ਦੇ ਮਗਰ ਜਾਂਦਾ ਤੇ ਉਹਨਾਂ ਨੇ ਕਹਿਣਾ ਸੀ ਕਿ ਸ਼ੀਸ਼ਾ ਢਾਲ ਕੇ ਪਾ ਦਿਓ। ਹੁਣ ਉਹ ਮੈਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਮੈਂ ਕਹਿਤਾ ਕਿ ਮੈਂ ਹੈ ਨਹੀਂ ਤੁਹਾਡੀ ਵਿਚਾਰਧਾਰਾ ਦਾ। ਸਿੱਧੇ ਤੌਰ ਤੇ ਮਨਾ ਕੀਤਾ ਕਬੀਰ ਜੀ ਨੇ। ਮੇਰੇ ਸੰਸਾਰੀ ਤੌਰ ਤੇ ਵਿਗੜਨ ਦੇ ਨਾਲ ਮੇਰਾ ਫਾਇਦਾ ਇਹ ਹੋਇਆ, ਉਹ ਲੋਕ ਮੇਰਾ ਵਿਗਾੜ ਨਹੀਂ ਸਕੇ ਕੁਝ, ਕਿਉਂਕਿ ਉਹਨਾਂ ਕੋਲ ਬਹਾਨਾ ਨਹੀਂ ਸੀ ਕਿ ਸਾਡੇ ਧਰਮ ਵਿੱਚ ਤੁਸੀਂ ਮਿਲਾਵਟ ਕਰ ਰਹੇ ਹੋ ਜਾਂ ਸਾਡੇ ਧਰਮ ਨੂੰ ਤੁਸੀਂ ਨਿਖੇਧ ਰਹੇ ਹੋ। ਕਬੀਰ ਜੀ ਕਹਿੰਦੇ ਮੈਂ ਨਿਖੇਧ ਕਿਸੇ ਨੂੰ ਨਹੀਂ ਰਿਹਾ। ਮੈਂ ਤੇ ਜੋ ਦੁਨੀਆ ਮੰਨ ਰਹੀ ਹੈ ਮੈਨੂੰ ਉਹ ਠੀਕ ਨਹੀਂ ਲੱਗ ਰਿਹਾ। ਉਸ ਭਟਕਣਾ ਨੂੰ, ਉਸ ਭਰਮ ਨੂੰ ਮੈਂ ਗੁਰੂ ਦੇ ਗਿਆਨ ਰਾਹੀਂ ਤੋੜ ਲਿਆ। ਮੇਰੇ ਭਰਮ ਭੁੱਲੋ ਮਤ ਕੋਈ। ਜੇ ਤੁਹਾਨੂੰ ਲੱਗਦਾ ਹੈ ਨਾ ਦੁਨੀਆ ਦੇ ਲੋਕੋ ਕਿ ਮੈਂ ਭਟਕ ਗਿਆ ਹਾਂ, ਤੇ ਤੁਸੀਂ ਨਾ ਆਣਾ, ਡਰ ਕੇ ਨਾ ਆਣਾ। ਇਹ ਮਾਰਗ ਜਿਹੜਾ ਹੈ ਅਲੂਣੀ ਸਿਲ ਚੱਟਣ ਵਾਲਾ ਹੈ। ਜਿਸ ਮਾਰਗ ਤੇ ਮੈਂ ਅਕਾਲ ਪੁਰਖ ਦੇ ਮਾਰਗ ਤੇ ਤੁਰਿਆ ਹਾਂ, ਜਿਸ ਰਾਮ ਦੇ ਮਾਰਗ ਤੇ ਤੁਰਿਆ ਹਾਂ, ਇਸ ਮਾਰਗ ਤੇ ਤੁਰਨ ਵਾਸਤੇ ਗਗਨ ਦਮਾਮਾ ਬਾਜਿਆਂ ਵਾਲੀ ਗੱਲ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਗਰੀਬ ਵਾਸਤੇ ਲੜਨ ਦੀ ਗੱਲ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਇੱਥੇ ਸੂਰਾ ਉਹ ਹੈ ਜਿਹੜਾ
ਰੱਬ ਦੇ ਹੁਕਮ ਨੂੰ ਪਛਾਣ ਕੇ ਰੱਬ ਦੇ ਹੁਕਮ ਨੂੰ ਆਪਣੇ ਤੇ ਇੰਪਲੀਮੈਂਟ ਕਰਦਾ ਹੈ, ਲਾਗੂ ਕਰਦਾ ਹੈ। ਕਿਉਂਕਿ ਸਿੱਖ ਵਿਚਾਰਧਾਰਾ ਦੀ ਸ਼ੁਰੂਆਤ ਹੀ ਹੁਕਮ ਰਜਾਈ ਚੱਲਣ ਦੇ ਉੱਪਰ ਹੈ। ਇਹ ਸਾਰਿਆਂ ਨੂੰ ਸਮਝਣਾ ਪਏਗਾ, ਮੇਰੇ ਸਮੇਤ ਸਭ ਨੂੰ ਸਮਝਣਾ ਪਏਗਾ। ਤੇ ਹੁਣ ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਕਬੀਰ ਜੀ ਤੀਜੇ ਬੰਦ ਦੇ ਅੰਦਰ ਜਿਹੜੇ ਲੋਕ ਇਹ ਸਵਾਲ ਕਰਦੇ ਸਨ, ਇਹਦੇ ਨਾਲ ਤੇ ਝਗੜੇ ਹੋ ਜਾਣਗੇ, ਇਹਦੇ ਨਾਲ ਤੇ ਫਲਾ ਹੋ ਜਾਏਗਾ, ਸਾਨੂੰ ਮਾਰ ਦਿੱਤਾ ਜਾਏਗਾ, ਇਹ ਸਵਾਲ ਆਉਂਦੇ ਸਨ। ਉਹਨਾਂ ਸਵਾਲਾਂ ਤੇ ਵਿਸਰਾਮ ਲਾਤਾ ਕਿ ਬਈ ਤੁਹਾਨੂੰ ਡਰ ਹੈ ਤੇ ਤੁਸੀਂ ਮਤ ਇਸ ਚੀਜ਼ ਨੂੰ ਮੰਨੋ। ਮੇਰੀ ਭਟਕਣਾ ਦੂਰ ਹੋ ਗਈ ਹੈ, ਮੈਂ ਨਹੀਂ ਮੰਨਣ ਲਈ ਤਿਆਰ, ਔਰ ਜਿਹਨੇ ਮੇਰੇ ਨਾਲ ਤੁਰਨਾ ਹੈ ਉਹ ਵੀ ਨਾ ਮੰਨੇ। ਜਿਹਨੇ ਮੰਨਣਾ ਹੈ ਉਹ ਇਸ ਮਾਰਗ ਤੇ ਨਹੀਂ ਆਵੇ ਤੇ ਚੰਗਾ ਰਹੇਗਾ। ਇਹ ਨਹੀਂ ਕਿ ਉਹਨਾਂ ਨੂੰ ਤੋੜਨਾ ਨਹੀਂ ਚਾਹੁੰਦੇ ਸਨ, ਉਹਨਾਂ ਨੂੰ ਵੀ ਸਮਝਾਉਣਾ ਚਾਹੁੰਦੇ ਸਨ। ਔਰ ਇਹ ਸੰਸਾਰ ਵਿੱਚ ਸੰਭਵ ਨਹੀਂ ਹੈ ਕਿ ਉਹ ਸਾਰੀ ਵਿਚਾਰਧਾਰਾ ਨੂੰ ਸਾਰੇ ਹੀ ਮੰਨ ਲੈਣ। ਗੁਰੂ ਨਾਨਕ ਸਾਹਿਬ ਨੇ ਜਦ ਵਿਚਾਰਧਾਰਾ ਦਿੱਤੀ ਤੇ ਸਾਰਿਆਂ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਨਹੀਂ ਮੰਨੀ। ਜਿਨ੍ਹਾਂ ਨੇ ਮੰਨੀ ਹੈ ਉਹਨਾਂ ਨੇ ਆਪਣੇ ਆਪ ਤੋਂ ਵੀ ਮਿਟਾਇਆ, ਆਪਣੀ ਮੈਂ ਨੂੰ ਮਿਟਾਇਆ ਤੇ ਸੰਸਾਰ ਵਿੱਚ ਆਪਣੀ ਹਸਤੀ ਮਿੱਟੀ ਵਿੱਚ ਮਿਲਾ ਕੇ ਅਕਾਲ ਪੁਰਖ ਵਿੱਚ ਲੀਨ ਹੋ ਗਏ। ਐਸੀਆਂ ਬਹੁਤ ਸਾਰੀਆਂ ਤਾਕਤਾਂ ਸੰਸਾਰ ਦੇ ਵਿੱਚ ਆਪ ਜੀ ਜਾਣ ਸਕੋਗੇ। ਜੇ ਰਿਸਰਚ ਕਰੋ ਤੇ ਗੁਰੂ ਨਾਨਕ ਸਾਹਿਬ ਦੇ ਨਾਲ 174 ਰਾਜਿਆਂ ਨੇ ਸਾਂਝ ਪਾਈ ਵਿਚਾਰਧਾਰਾ ਦੀ ਸੰਸਾਰ ਦੇ ਵਿੱਚ, ਖਾਲੀ ਭਾਰਤ ਦੇ ਵਿੱਚ ਨਹੀਂ। ਅਸੀਂ ਤੇ ਪੰਜਾਬ ਵਿੱਚੋਂ ਨਹੀਂ ਨਿਕਲ ਪਾਏ, ਭਾਰਤ ਵਿੱਚ ਕਿੱਥੇ ਨਿਕਲਾਂਗੇ। ਤੇ ਕਬੀਰ ਜੀ ਕਹਿੰਦੇ ਨੇ 112 ਜੋ ਆਪ ਨਾ ਪਛਾਣੇ। ਅਸਲ ਬੌਰਾ ਤੇ ਉਹ ਹੈ ਜਿਹਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ, ਜਿਸ ਬਾਰੇ ਬਾਰ-ਬਾਰ ਕਬੀਰ ਜੀ ਨੇ ਸਮਝਾਇਆ ਹੈ ਕਿ ਤੂੰ ਰੱਬ ਦੀ ਜੋਤ ਹੈ, ਰੱਬ ਦਾ ਮੂਲ ਹੈ। ਆਪ ਪਖੰਡ ਜਿੰਨੇ ਕਰ ਰਹੇ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਣਾ ਜਾਣਾ, ਰਾਮ ਨੂੰ ਖਿਡੌਣਾ ਸਮਝਣਾ ਛੱਡ ਦੇ। ਪੜਿਆ ਕਵਨ ਕੁਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਉ, ਰਾਮ ਨ ਜਪੋ ਅਭਾਗੇ ਰਹਾਓ। वेद पुराण पढ़े का क्या गुण, खर चंदन जस पारा, राम नाम की गत नहीं जानी, कैसे उतरस पारा। किस तरह संभव है जे तू सीधे राह ना तुर के टेढ़े राह राही तू सफल हो जाए। हर एक साथी वास्ते दर्द रखते ने, हर एक मनुख वास्ते कबीर जी भगत, सारे भगत ते सतगुरु गुरु नानक साहब पातशाह हर एक मनुख का दर्द रखते हैं। जे दर्द ना होता तो अपने घर छड़ के ये प्रचार वास्ते ना जाते। ਹੁਣ ਤੇ ਕਈ ਰਿਸਰਚ ਤੋਂ ਇਹ ਵੀ ਸਮਝ ਵਿੱਚ ਆਉਂਦੀ ਹੈ ਕਿ ਕਬੀਰ ਜੀ ਵੀ ਬਹੁਤ ਸਾਰੇ ਦੌਰੇ ਉਹਨਾਂ ਨੇ ਪੰਜਾਬ ਤੱਕ ਦੇ ਕੀਤੇ। ਹਾਲਾਂਕਿ ਉਹਨਾਂ ਦਾ ਜਨਮ ਬਨਾਰਸ ਦਾ, ਉਹਨਾਂ ਦੇ ਦੌਰੇ ਜਿਹੜੇ ਨੇ ਭਗਤ ਨਾਮਦੇਵ ਜੀ ਦੇ ਪਿੰਡ ਤੱਕ ਹੋਏ, ਮਹਾਰਾਸ਼ਟਰ ਤੱਕ ਹੋਏ ਤੇ ਕਈ ਹੋਰ ਜਗ੍ਹਾ ਤੱਕ ਦੇ ਪ੍ਰਮਾਣ ਅੱਜ ਦੇ ਟਾਈਮ ਵਿੱਚ ਰਿਸਰਚ ਕਰਦਿਆਂ ਪ੍ਰਾਪਤ ਹੁੰਦੇ ਨੇ। ਸੋ ਕਬੀਰ ਜੀ ਨੇ ਸਪਸ਼ਟ ਬੜੀ ਹੀ ਕਲੀਅਰ ਲਫ਼ਜ਼ਾਂ ਵਿੱਚ, ਬੜੇ ਹੀ ਸਾਫ਼ ਲਫ਼ਜ਼ਾਂ ਵਿੱਚ ਸਾਹਮਣੇ ਰੱਖੀ ਹੈ, ਸੋ ਬੌਰਾ ਜੋ ਆਪ ਨਾ ਪਛਾਣੇ। ਇਸ ਕਰਕੇ ਬਾਰ-ਬਾਰ ਕਿਹਾ ਬੰਦੇ ਖੋਜ ਦਿਲ ਹਰ ਰੋਜ਼, ਨਾ ਪਰ ਫਿਰ ਪਰੇਸ਼ਾਨੀ ਮਾਹੇ। ਗੁਰਬਾਣੀ ਵੀ ਇਸ ਗੱਲ ਨੂੰ ਬਾਰ-ਬਾਰ ਸਮਝਾ ਰਹੀ ਹੈ ਕਿ ਆਪਣੇ ਹਿਰਦੇ ਚ ਰਹਿਣਾ ਸੀ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਕਟ ਮਾਹੀ ਜੀ। ਸਾਰੇ ਦੁੱਖ ਹੀ ਆਪਣੇ ਸਰੀਰ ਤੋਂ ਬਾਹਰ ਰੱਬ ਨੂੰ ਲੱਭਣ ਵਿੱਚ ਨੇ। ਜਿਸ ਦਿਨ ਸਾਡੀ ਨਜ਼ਰੀਆ ਗੁਰਬਾਣੀ
ਸਪਸ਼ਟ ਹੋ ਜਾਏਗਾ ਕਿ ਗੁਰਬਾਣੀ ਸਾਨੂੰ ਇੱਕ ਰੱਬ ਨਾਲ ਜੋੜਦੀ ਹੈ। ਇਸੇ ਕਰਕੇ ਪੰਚਮ ਪਾਤਸ਼ਾਹ ਕਹਿੰਦੇ ਨੇ, ਨਾ ਦੇਵ ਦਾਨਵ ਨਰਾ, ਨਾ ਸਿੱਧ ਸਾਧਕ ਤਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਗੱਲ ਇੱਕ ਦੀ ਹੈ, ਗੱਲ ਨਾ ਕਰੋੜਾਂ ਦੀ ਹੈ, ਗੱਲ ਨਾ ਤਿੰਨਾਂ ਦੀ ਹੈ, ਨਾ 13 ਦੀ ਹੈ, ਗੱਲ ਤੇ ਇੱਕ ਦੀ ਹੈ। ਇੱਕ ਤੋਂ ਸਭ ਕੁਝ ਪੈਦਾ ਹੋ ਰਿਹਾ ਹੈ। ਜਦ ਅਸੀਂ ਆਪਣੇ ਮੂਲ ਨੂੰ ਪਛਾਣਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਗੁਰਬਾਣੀ ਦੱਸ ਰਹੀ ਹੈ। ਜਦ ਮੂਲ ਦੀ ਪਛਾਣ ਹੁੰਦੀ ਹੈ, ਆਪਣੇ ਆਪ ਦੀ ਪਛਾਣ ਹੁੰਦੀ ਹੈ, ਤੇ ਇੱਕ ਦੇ ਨਾਲ ਜੁੜਦਾ ਹੈ। ਆਪ ਪਛਾਣੈ ਤਾਂ ਏਕੈ ਜਾਣੈ। ਫਿਰ ਇੱਕ ਦੀ ਗੱਲ ਹੁੰਦੀ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਹਿਜ ਸਹਿਜ ਦੇ ਨਾਲ ਇੱਕ ਨੂੰ ਸਮਝਣਾ ਤੇ ਇੱਕ ਦਾ ਬਣਨਾ ਹੈ। ਫਿਰ ਧਿਆਨ ਦੇ ਨਾਲ ਗੱਲ ਨੂੰ ਸਮਝਣਾ, ਇੱਕ ਨੂੰ ਸਮਝਣਾ ਤੇ ਇੱਕ ਦਾ ਬਣਨਾ ਹੈ, ਤੇ ਇੱਕ ਦੇ ਹੁਕਮ ਤੇ ਤੁਰਨਾ ਹੈ, ਉਸ ਦੀ ਰਜ਼ਾ ਤੇ ਤੁਰਨਾ ਹੈ। ਜਦ ਤੱਕ ਅਸੀਂ ਇੱਕ ਦੇ ਨਹੀਂ ਬਣਦੇ, ਇੱਕ ਨੂੰ ਨਹੀਂ ਪਾਉਂਦੇ, ਤੇ ਇੱਕ ਦੇ ਵਰਗੇ ਨਹੀਂ ਹੁੰਦੇ। ਹੁਣ ਇੱਕ ਦੇ ਵਰਗੇ ਹੋਣ ਦਾ ਮਤਲਬ ਹੈ ਕਿ ਉਸ ਦੇ ਗੁਣਾਂ ਨੂੰ ਨਹੀਂ ਧਾਰਨ ਕਰਦੇ। ਰੱਬ ਵਰਗਾ ਹੋਣ ਦਾ ਮਤਲਬ ਹੈ ਕਿ ਰੱਬ ਦੇ ਗੁਣ ਸਾਡੇ ਚ ਹੋਣੇ ਚਾਹੀਦੇ। ਸਤ, ਸੰਤੋਖ, ਧੀਰਜ, ਪ੍ਰੇਮ, ਦਇਆ, ਵਿਰਾਗ, ਨਿਮਰਤਾ, ਮਿੱਠਤਾ, ਇਹ ਰੱਬੀ ਗੁਣ ਹਨ। ਇਹ ਗੁਣ ਜਦ ਸਾਡੇ ਤੇ ਵਿੱਚ ਰਿਫਲੈਕਟ ਕਰਦੇ ਨੇ, ਜਦ ਸਾਡੇ ਵਿੱਚ ਇਹ ਗੁਣ ਜਿਹੜੇ ਨੇ ਪੂਰਨ ਤੌਰ ਤੇ ਬੇਖੌਫ ਹੋ ਕੇ ਬਿਨਾਂ ਡਰ ਤੋਂ ਅਪਣਾਏ ਜਾਂਦੇ ਨੇ, ਤੇ ਫਿਰ ਇੱਕ ਦੀ ਗੱਲ ਸਮਝ ਵਿੱਚ ਆਉਂਦੀ ਹੈ। ਹੁਣ ਜੀਵਨ ਦੇ ਵਿੱਚ ਇਹ ਜਿਹੜਾ ਮਨੁੱਖੀ ਜੀਵਨ ਪ੍ਰਾਪਤ ਹੋਇਆ, ਕਬੀਰ ਜੀ ਕਹਿੰਦੇ ਨੇ ਇਸ ਮਨੁੱਖੀ ਜੀਵਨ ਦੀ ਪ੍ਰਾਪਤੀ ਦਾ ਮਕਸਦ ਸਮਝਿਆ ਹੀ ਨਹੀਂ ਹੈ। ਗੁਰਬਾਣੀ ਵੀ ਇਸ ਗੱਲ ਨੂੰ ਸਪਸ਼ਟ ਕਰਦੀ ਹੈ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਜਦ ਇਸ ਗੱਲ ਨੂੰ ਗੁਰਬਾਣੀ ਰਾਹੀਂ ਦੇਖਣਾ ਦ੍ਰਿਸ਼ਟੀਮਾਨ ਕਰਦੇ ਹਾਂ, ਤੇ ਕਬੀਰ ਜੀ ਦੀ ਹੀ ਗੱਲ ਸਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਵੀ ਨਜ਼ਰ ਆਉਂਦੀ ਹੈ। ਦੁਨੀਆ ਦੇ ਲੋਕਾਂ ਨੇ ਉਹਨਾਂ ਨੂੰ ਭੂਤਨਾ ਕਿਹਾ, ਕੋਈ ਆਖੇ ਭੂਤਨਾ, ਕੋ ਕਹੈ ਬੈਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ, ਸ਼ਾਹ ਕਾ ਨਾਨਕ ਬੌਰਾਨਾ। ਉਹਨਾਂ ਨੇ ਵੀ ਬੌਰਾਨੇ ਦੀ ਗੱਲ ਕੀਤੀ। ਦੁਨੀਆ ਸੇ ਮੈਂ ਬੌਰਾਨੇ, ਅੱਜ ਤੱਕ ਗੁਰੂ ਨਾਨਕ ਸਾਹਿਬ ਨੂੰ ਮਨ ਘੜਤ ਸਾਖੀਆਂ ਵਿੱਚ ਇਹੀ ਕਿਹਾ ਕਿ ਇਹ ਤੇ ਬਸ ਢਿੱਲੇ ਹੋ ਕੇ ਬਹਿ ਜਾਂਦੇ ਸਨ। ਮਰਦਾਨਾ ਜੀ ਨੂੰ ਭੁੱਖਾ ਸਾਬਤ ਕੀਤਾ ਤੇ ਗੁਰੂ ਨਾਨਕ ਸਾਹਿਬ ਨੂੰ ਢਿੱਲਾ ਸਾਬਤ ਕੀਤਾ, ਜੋ ਕਿ ਨਹੀਂ ਹੈ, ਇਹ ਗਲਤ ਹੈ। ਕਿਉਂਕਿ ਗੁਰਮਤ ਵਿੱਚ ਸੁਰਤ ਕਾਇਮ ਹੋਣੀ ਬਹੁਤ ਜ਼ਰੂਰੀ ਹੈ। ਸੁਰਤ ਵਾਲਾ ਹੀ ਗੁਰਮਤ ਨੂੰ ਸਮਝ ਸਕਦਾ ਹੈ। ਇਸੇ ਕਰਕੇ ਚਾਰੋਂ ਪਰਿਭਾਸ਼ਾਵਾਂ ਮਨ ਦੀਆਂ ਸਤਿਗੁਰ ਨੇ ਬਾਣੀ 'ਚ ਰੱਖੀਆਂ, ਤਿੱਥੇ ਘੜੀਏ ਸੁਰਤ, ਮਤ, ਮਨ, ਬੁੱਧ। ਜਪ ਬਾਣੀ ਤੁਸੀਂ ਪੜ੍ਹਦੇ ਹੋ, ਤੇ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਵੀ ਕਹੀ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਮੈਂ ਰੱਬ ਜੀ ਤੋਂ ਬਿਨਾਂ ਹੋਰ ਕੁਝ ਜਾਣਦਾ ਹੀ ਨਹੀਂ। ਰੱਬ ਜੀ ਹੀ ਮੇਰੇ ਜੀਵਨ ਦਾ ਸਭ ਕੁਝ ਆਧਾਰ ਨੇ। ਜਦ ਤੱਕ ਸਵਾਸ ਨੇ ਤਦ ਤੱਕ ਰੱਬ ਜੀ, ਭੋਜਨ ਹੈ ਤੇ ਰੱਬ ਜੀ, ਰਿਸ਼ਤੇ ਹਨ ਤੇ ਰੱਬ ਜੀ, ਸੰਸਾਰ ਸਾਰਾ ਰੱਬ ਜੀ। ਜੇ ਰੱਬ ਜੀ ਵਿੱਚੋਂ ਕੱਢ ਦਿਓ ਤੇ ਸਭ ਕੁਝ ਜ਼ੀਰੋ। ਅਖੀਰਲੇ ਬੰਦ ਵਿੱਚ ਕਮਾਲ ਕਰਦੇ ਹਨ, ਜਿਹੜੀ ਗੱਲ ਕਹਿੰਦੇ ਨੇ ਹੁਣ ਸਮਝ ਲਓ ਗੱਲ ਨੂੰ। ਦੁਨੀਆ ਦੇ ਲੋਕ ਜਿਹੜੇ ਮੈਨੂੰ ਬੋਰਾ ਕਹਿ ਰਹੇ ਹੋ ਨਾ, ਇਹ ਹੁਣ ਤੁਸੀਂ ਸਾਰੇ ਸਮਝੋ। ਅਬਹੀ ਨਾ ਮਾਤਾ ਸੁਖ ਅਬਹੀ ਨਾ ਮਾਤਾ, ਮਾਤਾ ਕਹਿੰਦਾ
ਜੇ ਹੁਣ ਵੀ ਸਮਝਿਆ ਨਹੀਂ, ਮਤ ਨਹੀਂ ਆਈ, ਫਿਰ ਕਦੀ ਮਤ ਨਹੀਂ ਆਣੀ। ਫਿਰ ਤੇ ਮਰਨ ਤੋਂ ਬਾਅਦ ਘੜੇ ਹੀ ਭੰਦੇ ਰਹਿਣਾ ਤੇ ਪਿਤਰਾਂ ਨੂੰ ਹੀ ਪਾਣੀ ਦਿੰਦੇ ਰਹਿਣਗੇ। 7 ਪੀੜ੍ਹੀਆਂ ਮਰੇ ਹੋਏ ਜਿਹੜੇ ਬਜ਼ੁਰਗਾਂ ਤੇ 7 ਪੀੜ੍ਹੀਆਂ ਆਉਣ ਵਾਲੀਆਂ, ਸਾਰਿਆਂ ਨੂੰ ਲੱਗੇ ਰਹੋ। 14 ਪੀੜ੍ਹੀਆਂ ਨਾ ਮੁਕੜੀਆਂ, ਨਾ ਅਗਲੀਆਂ 7 ਪੀੜ੍ਹੀਆਂ ਮੁਕੜੀਆਂ, ਨਾ ਪਿਛਲੀਆਂ 7 ਪੀੜ੍ਹੀਆਂ ਮੁਕੜੀਆਂ। ਕਰਮ ਕਾਂਡ ਦੀ ਸਾਰੀ ਪਰਿਭਾਸ਼ਾ ਵਿੱਚ ਫਸੇ ਰਹੋ, ਸਵਰਗ ਨਰਕ ਦੇ ਚੱਕਰ ਵਿੱਚ ਫਸੇ ਰਹੋ। ਇਹਨਾਂ ਤੋਂ ਨਿਕਲਣ ਲਈ ਵੀ, ਸਵਰਗ ਨਰਕ ਦੇ ਚੱਕਰਾਂ ਤੋਂ ਨਿਕਲਣ ਲਈ ਕਬੀਰ ਜੀ ਨੇ ਬਾਰ-ਬਾਰ ਸੁਚੇਤ ਕੀਤਾ ਹੈ। ਕਿਆ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦੋਊ ਰਾਦੇ, ਸਪਸ਼ਟ ਕੀਤਾ ਹੈ। ਬੜੀ ਸਫਾਈ ਦੇ ਨਾਲ ਉਹ ਗੱਲ ਰੱਖ ਦਿੱਤੀ ਹੈ। ਬੇਖੌਫ ਹੋ ਕੇ ਸੋਚੋ ਕਿ ਅੱਜ ਗੱਲ ਕਰਦੇ ਹਾਂ ਤੇ ਲੋਕ ਕਈ ਕੇਸ ਕਰ ਦਿੰਦੇ ਨੇ ਤੇ ਕੇਸਾਂ ਰਾਹੀਂ ਡਰਾਉਂਦੇ ਨੇ, ਤੇ ਪਹਿਲੇ ਤੇ ਆ ਕੇ ਗਰਦਨ ਹੀ ਵੱਢ ਜਾਂਦੇ ਸਨ, ਘਰੇ ਹੀ ਆ ਕੇ ਮਾਰ ਜਾਂਦੇ ਸਨ 1000-2000 ਬੰਦਾ। ਰੋਡ ਤੇ ਬੰਦਾ ਚੱਲ ਨਹੀਂ ਪਾਉਂਦਾ ਸੀ। ਤੇ ਭਗਤਾਂ ਨੇ, ਭਗਤ ਨਾਮਦੇਵ ਜੀ ਨੇ, ਕਬੀਰ ਜੀ ਨੇ, ਰਵਿਦਾਸ ਜੀ ਨੇ, ਉਹਨਾਂ ਸ਼ਹਿਰਾਂ ਵਿੱਚ ਬੈਠ ਕੇ ਜਿੱਥੇ ਇਹ ਕਰਮਕਾਂਡੀਏ ਬੈਠੇ ਸਨ, ਉਹਨਾਂ ਦੇ ਸਾਹਮਣੇ ਇਹ ਗੱਲਾਂ ਕੀਤੀਆਂ। ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਨੇ ਆਪਣੇ ਜਿਹੜੇ ਮੰਨਣ ਵਾਲੇ, ਉਹਨਾਂ ਦੇ ਰਾਹ ਤੇ ਤੁਰਨ ਵਾਲੇ, ਉਹਨਾਂ ਨੂੰ ਸਮਝਾਈਆਂ। ਕਿਉਂਕਿ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ ਜਿਹੜੇ ਗੱਲ ਨੂੰ ਸਮਝਦੇ ਨਹੀਂ ਹਨ। ਸਮਝਾਇਆ ਤੇ ਕਬੀਰ ਜੀ ਨੇ ਉਹਨਾਂ ਨੂੰ ਹੈ ਜਿਹੜੀ ਗੱਲ ਸੁਣਨਾ ਚਾਹੁੰਦੇ ਨੇ। ਗੁਰਬਾਣੀ ਉਹਨਾਂ ਵਾਸਤੇ ਹੈ ਜਿਹੜੇ ਪੜ੍ਹ ਕੇ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਨੇ। ਤੇ ਕਬੀਰ ਜੀ ਕਹਿੰਦੇ ਨੇ ਹੁਣ ਮੌਕਾ ਹੈ, ਨਹੀਂ ਤੇ ਇਹ ਮਨੁੱਖਾ ਜੀਵਨ ਜਿਹੜਾ ਹੈ ਮੁੜ ਕੇ ਨਹੀਂ ਮਿਲਣਾ। ਮਾਨੁਖ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ। ਜਿਹੜੇ ਮਰਨ ਤੋਂ ਬਾਅਦ ਕੀ ਹੋਏਗਾ ਤੇ ਕੀ ਦੁਨੀਆ ਤੋਂ ਬਾਅਦ ਹੋਏਗਾ, ਇਹ ਸਾਰੇ ਚੈਪਟਰ ਜਿਹੜੇ ਨੇ ਇਹਨਾਂ ਦੇ ਸਾਰੇ ਕਲੋਜ਼ ਕਰ ਦਿਓ। ਇਹ ਚੈਪਟਰ ਹੀ ਗੁਰੂ ਮਹਾਰਾਜ ਕਹਿੰਦੇ ਵਿਅਰਥ ਨੇ। ਇਹਦੇ ਵਿੱਚ ਟਾਈਮ ਵਿਅਰਥ ਗਵਾ ਰਿਹਾ। ਕੌਣ ਜੰਮਿਆ, ਕੌਣ ਮਰਿਆ, ਕਿਹੜੀ ਜੁਨੀ ਚ ਗਿਆ, ਸਾਡੀ ਟੈਨਸ਼ਨ ਨਹੀਂ ਹੈ। ਇਹ ਰੱਬ ਜੀ ਦੀ ਟੈਨਸ਼ਨ ਹੈ, ਕਿਉਂਕਿ ਰੱਬ ਜੀ ਦੀ ਰਚਨਾ ਹੈ। ਉਹ ਆਪਣੇ ਆਪ ਜਾਣੇ ਕਿਹਨੂੰ ਕਿੱਥੇ ਭੇਜਣਾ, ਉਹਨੇ ਰੱਖਣਾ ਨਹੀਂ ਰੱਖਣਾ। ਇਹ ਤੇ ਸਾਰੀ ਕੁਝ ਚੀਜ਼ਾਂ ਰੱਬ ਦੇ ਹੱਥ ਨੇ। ਹੁਣ ਕਿਸੇ ਵੀ ਦੇਸ਼ ਵਿੱਚ ਕਾਨੂੰਨ ਤੇ ਉਸ ਦੇਸ਼ ਦਾ ਹੁੰਦਾ, ਉੱਥੇ ਦੇ ਸਿਪਾਹੀਆਂ ਦਾ ਹੁੰਦਾ, ਉੱਥੇ ਦੇ ਥਾਣੇਦਾਰਾਂ ਦਾ ਹੁੰਦਾ, ਉੱਥੇ ਦੇ ਮੰਤਰੀਆਂ ਦਾ ਹੁੰਦਾ, ਉੱਥੇ ਦੇ ਪ੍ਰਧਾਨ ਮੰਤਰੀਆਂ ਦਾ ਹੁੰਦਾ। ਜਨਤਾ ਨੇ ਤੇ ਤੁਰਨਾ ਹੁੰਦਾ। ਇਸੇ ਤਰ੍ਹਾਂ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ ਸਾਡਾ ਕੰਮ ਹੈ। ਅਕਾਲ ਪੁਰਖ ਦੇ ਕੰਮ ਵਿੱਚ ਦਖਲ ਨਹੀਂ ਦੇਣਾ, ਇਸ ਦੇ ਉੱਪਰ ਜ਼ੋਰ ਦੇ ਨੇ ਕਬੀਰ ਜੀ। ਕਹਿ ਕਬੀਰ ਰਾਮੇ ਰੰਗ ਰਾਤਾ। ਬਸ ਇੱਕ ਕੰਮ ਜਿਹੜਾ ਅਸੀਂ ਕਰਨਾ ਹੈ ਉਹ ਹੈ ਕਿ ਰੱਬ ਜੀ ਦੇ ਹੁਕਮ ਵਿੱਚ ਰੰਗੇ ਜਾਣਾ। ਜਿੱਥੇ ਰਸਨਾ ਤੋਂ ਸਿਮਰਨ ਕਰਨਾ ਹੈ, ਉੱਥੇ ਸਰੀਰ ਦੇ ਹਰ ਅੰਗ ਦਾ ਸਿਮਰਨ ਸੁਖਮਨੀ ਸਾਹਿਬ ਵਿੱਚ ਬੜੇ ਸੋਹਣੇ ਤਰੀਕੇ ਨਾਲ ਗੁਰੂ ਪਾਤਸ਼ਾਹ ਨੇ ਰੱਖ ਦਿੱਤਾ ਹੈ। ਕਬੀਰ ਜੀ ਨੇ ਆਪਣੀ ਬਾਣੀ ਵਿੱਚ ਕਈ ਜਗ੍ਹਾ ਤੇ ਇਹਨਾਂ ਚੀਜ਼ਾਂ ਨੂੰ ਸਪਸ਼ਟ ਕੀਤਾ ਹੈ। ਹੁਣ ਗੱਲ ਹੈ ਕਿ ਅਸੀਂ ਇਸ ਨੂੰ ਉਸ ਨਜ਼ਰੀਏ ਨਾਲ ਲੈ ਰਹੇ ਹਾਂ ਕਿ ਨਹੀਂ ਲੈ ਰਹੇ, ਸਮਝ ਪਾ ਰਹੇ ਹਾਂ ਜਾਂ ਨਹੀਂ ਸਮਝ ਪਾ ਰਹੇ। ਗੱਲ ਮੂਲ ਤੱਥ ਦੀ ਗੱਲ ਇਹ ਹੈ, ਔਰ ਉਹ ਸਮਝ ਪਾਏਗਾ ਜਿਹਨੂੰ ਇਹ ਸਮਝ ਪਏਗੀ ਕਿ ਮੇਰੇ ਮਨੁੱਖਾ ਜੀਵਨ ਦਾ ਮਕਸਦ ਕੀ ਹੈ। ਇਸ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਸਪਸ਼ਟ ਬੜੇ ਚੰਗੇ ਤਰੀਕੇ ਨਾਲ ਸਾਨੂੰ ਸਮਝਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਵੇਂ ਜਾਮੇ ਦੀ ਬਾਣੀ ਪੜ੍ਹੋ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਜਨਮ ਵਿੱਚ ਗੋਬਿੰਦ ਭਜਣਾ ਹੈ, ਤੇ ਗੋਬਿੰਦ ਭਜਿਆ ਹੀ ਨਹੀਂ। ਭਜਣ ਦਾ ਮਤਲਬ ਸਿਰਫ ਰਸਨਾ ਤੋਂ ਜਪਣਾ ਨਹੀਂ ਹੈ। ਸਾਡੇ ਹੱਥ ਵੀ ਗੋਬਿੰਦ ਵਾਲੇ ਰਾਹ ਤੇ ਤੁਰਨ, ਸਾਡੇ ਪੈਰ ਵੀ ਸੰਗਤ ਵਾਲੇ ਰਾਹ ਤੇ ਤੁਰਨ, ਸਾਡੀ ਅੱਖਾਂ ਦੇਖਣ ਵਾਲੀਆਂ ਵੀ ਖਲਕਤ ਵਿੱਚ ਰੱਬ ਨੂੰ ਦੇਖਣ। ਅੱਖਾਂ ਦਾ ਸਿਮਰਨ ਖਲਕਤ ਵਿੱਚ ਰੱਬ ਨੂੰ ਦੇਖਣਾ ਹੈ। ਕੰਨਾਂ ਦਾ ਸਿਮਰਨ ਰੱਬ ਦੇ ਗੁਣਾਂ ਨੂੰ ਗਾਉਣਾ ਤੇ ਸੁਣਨਾ ਹੈ। ਸਾਡੀ ਮਾਨਸਿਕਤਾ ਵਿੱਚ ਗੁਰਬਾਣੀ
ਹੋਣੀ, ਗੁਰਬਾਣੀ ਮਈ ਹੋਣਾ ਸਾਡਾ ਬਹੁਤ ਜ਼ਰੂਰੀ ਹੈ। ਸੋ ਅੱਜ ਦੇ ਇਸ ਸ਼ਬਦ ਵਿੱਚ ਜਿਹੜੀ ਗੱਲ ਕਬੀਰ ਜੀ ਨੇ ਸਾਡੇ ਸਾਹਮਣੇ ਲਿਆ ਕੇ ਖੜੀ ਕੀਤੀ ਹੈ, ਉਹ ਇਸ ਕਰਕੇ ਨਹੀਂ ਕਿ ਦੁਨੀਆ ਦੇ ਲੋਕਾਂ ਤੋਂ ਉਹ ਤੰਗ ਸਨ ਤਾਂ ਬੋਲ ਰਹੇ ਸਨ। ਉਹ ਇਸ ਗੱਲੋਂ ਪਰੇਸ਼ਾਨ ਸਨ ਕਿ ਜਿਹੜੇ ਸਹੀ ਰਾਹ ਤੇ ਤੁਰ ਰਹੇ ਨੇ ਨਾ, ਉਹਨਾਂ ਦੇ ਰਾਹ ਤੇ ਅੜਚਨਾ ਪਾਉਂਦੇ ਸਨ ਲੋਕ, ਤੇ ਉਹਨਾਂ ਨੂੰ ਕਹਿੰਦੇ ਕਬੀਰ ਤੇ ਬਈ ਬੋਰਾ ਹੋ ਗਿਆ, ਤੁਸੀਂ ਵੀ ਬੋਰੇ ਹੋ ਗਏ ਹੋ। ਇਹ ਸਮਝਾਉਣ ਦੀ ਗੱਲ ਹੁੰਦੀ ਹੈ। ਲੋਕੀ ਆਪਸ ਵਿੱਚ ਇਹਨਾਂ ਗੱਲਾਂ ਦੀ ਚਰਚਾ ਕਰਦੇ ਸਨ, ਤੇ ਜਦ ਉਹ ਸਵਾਲ ਲੈ ਕੇ ਕਬੀਰ ਜੀ ਕੋਲ ਆਉਂਦੇ ਹੋਣਗੇ ਉਹਨਾਂ ਦੇ ਜਿਹੜੇ ਚੱਲਣ ਵਾਲੇ ਪੈਰੋਕਾਰ ਨੇ, ਤੇ ਉਹਨਾਂ ਨੂੰ ਫਿਰ ਸਮਝਾਉਂਦੇ ਕਬੀਰ ਜੀ ਕਿ ਇਹ ਕਾਰਨ ਹੈ ਕਿ ਉਹਨਾਂ ਨੂੰ ਗੱਲ ਸਮਝ ਨਹੀਂ ਆਈ। ਉਹਨਾਂ ਦੀ ਦੁਕਾਨ ਬੰਦ ਹੋ ਰਹੀ ਹੈ, ਧਰਮ ਦੇ ਨਾਂ ਤੇ ਦੁਕਾਨਦਾਰੀ ਜਿਹੜੀ ਸੀ ਉਹ ਭਗਤੀ ਲਹਿਰ ਨੇ ਪੂਰਨ ਤੌਰ ਤੇ ਬੰਦ ਕਰ ਦਿੱਤੀ ਸੀ, ਤੇ ਉਹਨਾਂ ਨੇ ਬਾਰ-ਬਾਰ ਕੋਸ਼ਿਸ਼ ਕੀਤੀ ਹੈ ਭਗਤੀ ਲਹਿਰ ਦੇ ਹਰ ਇੱਕ ਪੜਾਅ ਦੇ ਉੱਪਰ ਉਹਨਾਂ ਨੇ ਆਪਣੀ ਪੂਰਨ ਕੋਸ਼ਿਸ਼ ਕੀਤੀ ਹੈ ਮਨਮਤ ਦੀ, ਮਨੋ ਸਿਮਰਤੀ ਦੀ ਲਾਗੂ ਹੋਣ ਦੀ, ਜਿਹੜੀ ਕਿ ਅੱਜ ਤੱਕ ਚਾਲੂ ਹੈ, ਜਿਸ ਦੇ ਵਿੱਚ ਮਨੁੱਖ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ। ਸੋ ਮੇਰੇ ਪਿਆਰੇ ਵੀਰੋ ਭੈਣੋ ਸਤਸੰਗੀਓ, ਜਿਹੜੀ ਗੱਲ ਕਬੀਰ ਜੀ ਨੇ ਸਾਡੇ ਸਾਹਮਣੇ ਰੱਖੀ ਹੈ, ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ, ਮੈਂ ਬੋਰਾ, ਕਈ ਵਾਰੀ ਅਸੀਂ ਗੱਲਾਂ ਕਰਦੇ ਹਾਂ ਆਪਣੇ ਆਪ ਨੂੰ ਵੀ ਉਸੇ ਤਲ ਦੇ ਉੱਪਰ ਦੇਖਦੇ ਹਾਂ ਕਿ ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਅਸੀਂ ਕਰਨਾ ਹੈ, ਅਸੀਂ ਜਿੰਨਾ ਕਰ ਸਕਦੇ ਹਾਂ ਉਹ ਕੰਮ ਕਰੀਏ। ਜੇ ਇੱਕ ਚਿੜੀ ਆਪਣੇ ਚੁੰਝ ਦੇ ਨਾਲ ਪਾਣੀ ਬੁਝਾਉਣ ਵਾਸਤੇ ਬੂੰਦਾ ਲੈ ਕੇ ਪਾ ਰਹੀ ਹੈ, ਤੇ ਇਤਿਹਾਸ ਵਿੱਚ ਉਹ ਆਪਣਾ ਹਿੱਸਾ ਪਾ ਰਹੀ ਹੈ। ਕਿੰਨੀ ਅੱਗ ਬੁਝੇਗੀ, ਕਿੰਨੀ ਨਹੀਂ ਬੁਝੇਗੀ, ਮਕਸਦ ਇਹ ਨਹੀਂ ਹੈ। ਮਕਸਦ ਇਹ ਹੈ ਕਿ ਇਸ ਪ੍ਰੇਰਣਾ ਨੂੰ ਲੋਕਾਂ ਵਿੱਚ ਜਗਾਉਣ ਵਾਸਤੇ ਉਹਨੇ ਆਪਣੀ ਚੁੰਝ ਜਿਹੜੀ ਹੈ ਵਰਤਣੀ ਹੈ। ਸੋ ਸਾਡੇ ਕੋਲ ਜਿੰਨੀ ਸਮਰੱਥਾ ਹੈ, ਸਿੱਖ ਮਿਸ਼ਨਰੀ ਕਾਲਜ ਗੁਰਮਤ ਵਿਚਾਰਧਾਰਾ ਤੇ ਗੁਰਮਤ ਦੀ ਬੁੱਕਸ ਰਾਹੀਂ, ਕੈਂਪਾਂ ਰਾਹੀਂ, ਬੱਚਿਆਂ ਦੀਆਂ ਕਲਾਸਾਂ ਰਾਹੀਂ, ਤੇ ਆ ਜੂਮ ਦੀ ਨਵਾਂ ਸਰੋਤ ਜਿਹੜਾ ਸਾਨੂੰ ਮਿਲਿਆ ਇਸ ਰਾਹੀਂ ਆਪ ਜੀ ਤੱਕ ਜਾਣਕਾਰੀ ਪਹੁੰਚਾ ਰਹੇ ਨੇ। ਇਹ ਜਦ ਬੂੰਦ-ਬੂੰਦ ਤਲਾਬ ਭਰੇਗਾ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਵਿੱਚ ਸਾਡੇ ਬੱਚਿਆਂ ਨੂੰ ਪ੍ਰਾਪਤ ਹੋਣਗੀਆਂ। ਸੋ ਜਿੰਨੀ ਕੁ ਜਾਣਕਾਰੀ ਸਤਿਗੁਰੂ ਨੇ ਮੈਨੂੰ ਬਖਸ਼ੀ ਹੈ ਗੁਰਬਾਣੀ ਦੀ, ਮੈਂ ਆਪ ਜੀ ਸਾਹਮਣੇ ਪੇਸ਼ ਕੀਤੀ ਹੈ। ਜਾਣੇ ਅਣਜਾਣੇ ਚ ਗੁਰਮਤਿ ਤੋਂ ਉਲਟ ਕੁਝ ਕਿਹਾ ਗਿਆ ਹੋਵੇ, ਖਿਮਾ ਦਾ ਜਾਚਕ। ਸਾਰੇ ਵੀਰ ਭੈਣ ਇਸ ਸ਼ਬਦ ਦੇ ਅਰਥਾਂ ਨੂੰ ਸੁਣ ਕੇ ਤੇ ਸਮਾਪਤੀ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।